बहुत बहुत धन्यवाद हजूरी रागी जथे का भाई सुरजीत सिंह जी, जिन्होंने आप जी नूं श्री आसा जी की वार बाणी दे नाल इलाही कीर्तन दे नाल जोड़िया। सो इस तरह बाणी पढ़ते सुनते रहिए, गुरु वाले बण अपने जीवन नूं आपां जीवीए। जरूरी बेनतियां आप जी के चरणों विच। धन धन सतगुरु श्री गुरु तेग बहादुर महाराज जी का प्रकाश दिहाड़ा इस महीने 21 तरीक नूं बड़ी शरधा प्रेम भावना दे नाल मनाया जा रहा। उस दे संबंध दे विच सवेरे 8:45 तो 10 बजे तक भाई दविंदर सिंह जी बटाला हजूरी रागी सचखंड श्री दरबार साहिब वाले, उपरंत 9:15 बजे तो 10:15 बजे तक रात भाई अमनदीप सिंह जी हजूरी रागी जथा सचखंड श्री दरबार साहिब वाले 21 तरीक नूं हाज़री भरनगे जी। उपरंत 23 तरीक नूं इस महीने धन धन सतगुरु श्री गुरु अर्जन देव महाराज जी के प्रकाश दिहाड़े नूं मुख रखदिआं सवेर दे जिहड़े दीवान ने 8:45 तो 10 बजे तक अते रात 9 बजे तो 10:15 बजे तक, जिस विच भाई सिमरनजीत सिंह जी हजूरी रागी जथा सचखंड श्री दरबार साहिब वाले हाज़री भरनगे। इन्हां दोहां दीवानां विच हाज़रियां लवा अपना जीवन सफला करो जी। आओ भाई साहब भाई करतार सिंह जी उन्हां पासों गुर शब्द विचारां सरवण करिए। वाहिगुरू जी का खालसा, वाहिगुरू जी की फतेह। धन वाहिगुरू साहिब जी। तेरे कवन कवन गुण कह कह गावा, तू साहिब गुणी निधाना। तुमरी महिमा बरन ना सको, तू ठाकुर ऊंच भगवाना। तुमरी महिमा बरन न सको, तू ठाकुर ऊंच भगवाना। धन वाहिगुरू साहिब जीओ। गौड़ी झगरा एक नबीरो राम, जो तुम अपने जन सो काम। झगरा एक नबीरो राम, जो तुम अपने जन सो काम। रहाओ एह मन बड़ा के जासो मन मानिया। राम बड़ा के रामे जानिया। ब्रह्मा बड़ा के जास उपाया। वेद बड़ा के जहाँ ते आया। कह कबीर हाँ भया उदास, तीरथ बड़ा
ਕੇ ਹਰ ਕਾ ਦਾਸ। ਕਹਿ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਪਿਆਰੇ ਗੁਰੂ ਸਵਾਰੀ ਸਤ ਸੰਗੀ ਜਨੋ, ਵਡਭਾਗੇ ਹੋ ਜੋ ਸਤਿਗੁਰ ਜੀ ਦੀ ਪਾਵਨ ਪਵਿੱਤਰ ਗੋਦ 'ਚ ਬੈਠ ਕੇ ਪਵਿੱਤਰ ਬਾਣੀ ਪੜ੍ਹ ਸੁਣ ਕੇ ਸਮਾਂ ਸਫਲਾ ਕਰ ਰਹੇ ਹੋ। ਦਾਸਰੇ ਤੋਂ ਪਹਿਲਾਂ ਸਤਿਕਾਰਯੋਗ ਹਜੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਦੇ ਹਰ ਜਸ ਕੀਰਤਨ ਸ਼ਰਵਣ ਕੀਤੇ ਹਨ। ਭਾਈ ਸਾਹਿਬ ਹੁਣਾਂ ਪਾਸੋਂ ਆਉਣ ਵਾਲੇ ਗੁਰਪੁਰਬਾਂ ਦੇ ਸੰਬੰਧ ਵਿੱਚ ਆਪ ਜੀ ਨੇ ਬੇਨਤੀਆਂ ਸ਼ਰਵਣ ਕੀਤੀਆਂ ਹਨ। ਆਓ ਸਮਾਂ ਹੈ ਹੁਣ ਲੜੀਵਾਰ ਚੱਲ ਰਹੇ ਗੁਰਬਾਣੀ ਸ਼ਬਦ ਵਿਚਾਰ ਦਾ, ਜਿਸ ਦੇ ਅਧੀਨ ਆਪ ਜੀ ਨੇ ਗੌੜੀ ਗੁਆਰੇਰੀ ਰਾਗ ਅੰਦਰ ਲੜੀਵਾਰ ਚੱਲ ਰਹੇ ਭਗਤ ਕਬੀਰ ਜੀ ਦੇ ਸ਼ਬਦ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 331 ਅੰਗ ਤੇ ਸੁਭਾਈਮਾਨ ਹੈ, ਉਸ ਪਾਠ ਦਾ ਸ਼ਬਦ ਦਾ ਪਾਠ ਜੋ ਹੈ ਸ਼ਰਵਣ ਕੀਤਾ ਹੈ। ਭਗਤ ਕਬੀਰ ਜੀ ਅੱਜ ਦੇ ਸ਼ਬਦ ਵਿੱਚ ਜੋ ਰਹਾਉ ਦਾ ਬੰਦ ਹੈ, ਬੜੇ ਪਿਆਰੇ ਬਚਨ ਕਰਦੇ ਹਨ। ਕਹਿਣ ਲੱਗੇ, ਝਗੜਾ ਏਕ ਨਬੇਰੋ ਰਾਮ। ਝਗੜਾ ਦਾ ਅਰਥ ਹੈ ਝਗੜਾ, ਲੜਾਈ, ਕਲੇਸ਼। ਕਹਿਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਝਗੜੇ ਨੂੰ ਖਤਮ ਕਰੋ। ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ। ਜੇ ਤੈਨੂੰ ਆਪਣੇ ਜਨ ਸੇਵਕ ਦੇ ਨਾਲ ਕੰਮ ਹੈ, ਜਾਂ ਇੰਜ ਕਹਿ ਲਈਏ ਕਿ ਜੇ ਤੂੰ ਸਾਡੇ ਤੇ ਤਰਸ ਖਾਦਾ ਹੈ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਚਾਹੁੰਦਾ ਹੈ, ਤੇ ਸਾਡੇ ਇਸ ਝਗੜਿਆਂ ਨੂੰ ਦੂਰ ਕਰ। ਹੁਣ ਜਦੋਂ ਝਗੜੇ ਦੀ ਗੱਲ ਆਉਂਦੀ ਹੈ ਨਾ, ਲੜਾਈ ਝਗੜਿਆਂ ਦੀ, ਫਿਰ ਸਾਨੂੰ ਆਪਣੇ ਆਪਣੇ ਲੜਾਈ ਝਗੜੇ ਚੇਤੇ ਆ ਜਾਂਦੇ ਹਨ। ਤੇ ਜਿੱਥੇ ਝਗੜੇ ਹਨ, ਲੜਾਈ ਹੈ, ਉੱਥੇ ਹਰ ਘੜੀ ਹਰ ਵਕਤ ਕਲੇਸ਼ ਹੀ ਕਲੇਸ਼ ਹਨ। ਉੱਥੇ ਸ਼ਾਂਤੀ ਨਹੀਂ, ਉੱਥੇ ਆਨੰਦ ਨਹੀਂ, ਉੱਥੇ ਮਨ ਦੁਖੀ ਹੀ ਰਹਿੰਦਾ ਹੈ। ਜਿਸ ਘਰ ਵਿੱਚ ਲੜਾਈ ਝਗੜੇ ਕਲੇਸ਼ ਹਨ, ਉਸ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਮੈਂਬਰਸ ਹਨ, ਉਹ ਦੁਖੀ ਰਹਿੰਦੇ ਹਨ। ਇੱਥੋਂ ਤੱਕ ਘਰ ਵਿੱਚ ਝਗੜਾ ਹੈ, ਘਰ ਵਾਲੇ ਦੁਖੀ, ਆਸ-ਪਾਸ ਦੇ ਪੜੋਸੀ ਦੁਖੀ। ਜੇ ਕਿਸ ਗਲੀ ਦੇ ਵਿੱਚ ਕਈ ਵਾਰੀ ਦੋ ਪਰਿਵਾਰਾਂ ਦਾ ਝਗੜਾ ਰਹਿੰਦਾ ਹੈ, ਤਾਂ ਉਸ ਗਲੀ ਵਾਲੇ ਹੀ ਸਾਰੇ ਦੁਖੀ ਰਹਿੰਦੇ ਹਨ। ਉਹ ਦੁਖੀ ਰਹਿੰਦੇ ਹਨ ਉਹਨਾਂ ਦੇ ਝਗੜੇ ਤੋਂ, ਦੂਜੇ ਦਿਨ ਇਹ ਝਗੜਦੇ ਹਨ। ਜਿੱਥੇ ਝਗੜਾ ਹੈ ਉੱਥੇ ਦੁੱਖ ਹੈ। ਭਗਤ ਜੀ ਕਹਿਣ ਲੱਗੇ, ਪਰਮਾਤਮਾ ਮੇਰੇ ਤੇ ਕਿਰਪਾ ਕਰ, ਮਿਹਰ ਕਰ, ਮੇਰੇ ਝਗੜੇ ਦੂਰ ਕਰ ਦੇ।
ਹੁਣ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਝਗੜੇ ਨਜ਼ਰ ਆ ਰਹੇ ਹੋਣਗੇ, ਜੋ ਅਸੀਂ ਝਗੜਦੇ ਹਾਂ, ਕਦੇ ਕਿਸੇ ਨਾਲ, ਕਦੇ ਕਿਸੇ ਨਾਲ, ਕਦੇ ਕਿਸੇ ਨਾਲ। ਬਾਹਰੀ ਝਗੜਿਆਂ ਦੇ ਵਿਚਾਰ ਸਾਡੇ ਸਨਮੁਖ ਆ ਰਹੀ ਹੈ। ਸਾਨੂੰ ਪੜੋਸੀਆਂ ਦੇ ਝਗੜੇ ਵੀ ਇੱਕਦਮ ਸਾਡੇ ਦਿਮਾਗ 'ਚ ਆ ਗਏ ਹੋਣਗੇ, ਹਾਂ ਬਈ ਉਹ ਵੀ ਝਗੜਦੇ ਹਨ, ਉਹ ਵੀ ਝਗੜਦੇ ਰਹਿੰਦੇ ਨੇ, ਬੰਦਾ ਝਗੜਦਾ ਰਹਿੰਦਾ ਹੈ। ਲੇਕਿਨ ਮਾਫ ਕਰਿਓ, ਆਨੰਦ ਅਸੀਂ ਲੈਣਾ ਹੈ, ਆਨੰਦ ਇਸ ਮਨ ਨੇ ਲੈਣਾ ਹੈ। ਘਰ ਵਿੱਚ ਝਗੜਾ ਹੈ, ਘਰ ਦੇ ਮੈਂਬਰਸ ਦੁਖੀ ਹਨ। ਇਸ ਤਰੀਕੇ ਇਹ ਝਗੜੇ ਦੀ ਜਿਹੜੀ ਗੱਲ ਹੈ, ਬਾਹਰਲੀ ਝਗੜੇ ਦੀ ਨਹੀਂ, ਇਹ ਅੰਦਰਲੇ ਝਗੜੇ ਦੀ ਗੱਲ ਹੈ। ਇਹ ਮਨ ਦੇ ਝਗੜੇ ਦੀ ਗੱਲ ਹੈ, ਜਿਹਦੇ ਕਰਕੇ ਮਨ ਸਾਡਾ ਦੁਖੀ ਰਹਿੰਦਾ ਹੈ, ਜਿਹਦੇ ਕਰਕੇ ਮਨ ਸਾਡਾ ਦੁਖੀ ਰਹਿੰਦਾ ਹੈ। ਹੁਣ ਤੁਸੀਂ ਕਹੋਗੇ ਮਨ ਦਾ ਕਿਹਦੇ ਨਾਲ ਝਗੜਾ ਹੈ? ਮਨ ਤੇ ਰਾਜਾ ਹੈ, ਜੋ ਚਾਹੁੰਦਾ ਹੈ ਉਹ ਕਰਦਾ ਹੈ, ਇਹਦਾ ਤੇ ਕਿਸੇ ਨਾਲ ਝਗੜਾ ਹੀ ਨਹੀਂ, ਇਹਦਾ ਤੇ ਕਿਸੇ ਨਾਲ ਝਗੜਾ ਨਹੀਂ। ਜੇ ਮਨ ਦਾ ਕਿਸੇ ਨਾਲ ਝਗੜਾ ਨਹੀਂ ਤੇ ਫਿਰ ਮਨ ਦੁਖੀ ਕਿਉਂ ਹੈ? ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਦੁੱਖ ਉੱਥੇ ਹੁੰਦੇ ਹਨ ਜਿੱਥੇ ਲੜਾਈ ਹੈ, ਝਗੜਾ ਹੈ। ਜਿੱਥੇ ਕੋਈ ਲੜਾਈ ਨਹੀਂ, ਝਗੜਾ ਨਹੀਂ, ਉੱਥੇ ਆਨੰਦ ਹੀ ਆਨੰਦ ਹੈ। ਕਈ ਆਉਂਦੇ ਹਨ, ਭਾਈ ਸਾਹਿਬ ਬੇਨਤੀ ਕਰ ਦਿਓ, ਅਰਦਾਸ ਕਰ ਦਿਓ, ਸਾਡੇ ਪਰਿਵਾਰ ਦੇ ਵਿੱਚ ਬਹੁਤ ਲੜਾਈ ਝਗੜੇ ਹਨ, ਅਸੀਂ ਬਹੁਤ ਦੁਖੀ ਰਹਿੰਦੇ ਹਾਂ। ਬੱਚੇ ਲੜਦੇ ਹਨ, ਝਗੜਦੇ ਹਨ, ਅਸੀਂ ਬਹੁਤ ਦੁਖੀ ਹਾਂ। ਦੁੱਖ ਦਾ ਸੰਬੰਧ ਝਗੜਿਆਂ ਦੇ ਨਾਲ ਹੈ। ਤੇ ਜੇ ਝਗੜਾ ਨਹੀਂ, ਉਹ ਪਰਿਵਾਰ ਦੇ ਵਿੱਚ ਦੁਖੀ ਨਹੀਂ, ਉੱਥੇ ਪਰਿਵਾਰ ਦੇ ਮੈਂਬਰਸ ਜਿਹੜੇ ਹਨ ਉਹ ਸਭ ਆਨੰਦ ਲੈ ਰਹੇ ਹਨ। ਸਾਡਾ ਸਰੀਰ ਇੱਕ ਪਿੰਡ ਹੈ, ਹਿਰਦਾ ਇੱਕ ਘਰ ਹੈ। ਇਸ ਹਿਰਦੇ ਵਿੱਚ, ਇਸ ਮਨ ਦੇ ਵਿੱਚ ਜੋ ਲੜਾਈ ਝਗੜੇ ਹਨ, ਜਿਹਦੇ ਕਰਕੇ ਮਨ ਦੁਖੀ ਰਹਿੰਦਾ ਹੈ, ਇਹਨਾਂ ਝਗੜਿਆਂ ਨੂੰ ਦੂਰ ਕਰਨ ਵਾਸਤੇ ਭਗਤ ਕਬੀਰ ਜੀ ਪਰਮਾਤਮਾ ਨਾਲ ਬੇਨਤੀ ਕਰਦੇ ਹਨ। ਭਗਤ ਜੀ ਨੇ ਬੜੀ ਕਿਰਪਾ ਕੀਤੀ ਹੈ, ਬਹੁਤ ਰਹਿਮਤ ਕੀਤੀ ਹੈ ਕਿ ਪਰਮਾਤਮਾ ਅੱਗੇ ਬੇਨਤੀ ਕਰਕੇ ਸਾਨੂੰ ਕੋਈ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ। ਅਸੀਂ ਸਾਰੇ ਇਹਨਾਂ ਝਗੜਿਆਂ ਦੇ ਕਰਕੇ ਅੰਦਰੋਂ ਦੁਖੀ ਹਾਂ। ਉੱਥੇ ਲੜਾਈ ਹਨ, ਉੱਥੇ ਕਲੇਸ਼ ਹਨ, ਇਹ ਮਨ ਸਦਾ ਦੁਖੀ ਰਹਿੰਦਾ ਹੈ। ਤੇ ਭਗਤ ਜੀ ਕਹਿੰਦੇ ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ। ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ, ਪਰਮਾਤਮਾ ਨੂੰ ਕੋਈ ਸਾਡੇ ਨਾਲ ਕੰਮ ਨਹੀਂ ਹੈ। ਵੈਸੇ ਪਰਮਾਤਮਾ ਨੂੰ ਸਾਡੇ ਨਾਲ ਕੋਈ ਕੰਮ ਨਹੀਂ ਹੈ, ਲੇਕਿਨ ਮੈਂ ਬੇਨਤੀ ਕੀਤੀ ਕਿ ਹੇ ਪਰਮਾਤਮਾ, ਜੇ ਤੂੰ ਸਾਡੇ ਤੇ ਤਰਸ ਖਾਦਾ ਹੈ, ਸਾਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਹੈ, ਫਿਰ ਸਾਡੇ ਤੇ ਕਿਰਪਾ ਕਰ, ਸਾਡੇ ਝਗੜੇ ਦੂਰ ਕਰ। ਮਨ ਹਰ ਘੜੀ ਹਰ ਵਕਤ ਝਗੜਦਾ ਰਹਿੰਦਾ ਹੈ, ਇਹਦੇ ਕਰਕੇ ਬਾਅਦ 'ਚ ਦੁਖੀ ਹੁੰਦਾ। ਝਗੜੇ ਕਿਹਦੇ ਨਾਲ ਹਨ? ਮਨ ਦੇ ਝਗੜੇ ਵਿਕਾਰਾਂ ਦੇ ਨਾਲ ਹਨ। ਕਦੇ ਕਾਮ ਨਾਲ ਝਗੜਦਾ ਹੈ, ਕਾਮ ਜਿੱਤ ਜਾਂਦਾ ਹੈ, ਫਿਰ ਮਨ ਦੁਖੀ ਹੁੰਦਾ ਹੈ। ਇਹ ਝਗੜਾ ਕਰਦਾ ਹੈ। ਹੁਣੇ ਆਪ ਜੀ ਨਾਲ ਸਾਂਝ ਪਾਵਾਂਗੇ ਕਿਵੇਂ ਝਗੜਦਾ ਹੈ। ਕਦੇ ਕ੍ਰੋਧ ਦੇ ਨਾਲ ਝਗੜਦਾ ਹੈ, ਤੇ ਕਈ ਵਾਰੀ ਕ੍ਰੋਧ ਜਿੱਤ ਜਾਂਦਾ ਹੈ, ਮਨ ਦੁਖੀ ਹੋ ਜਾਂਦਾ, ਕਿਉਂਕਿ ਹਾਰਾ ਹੋਇਆ ਤੇ ਦੁਖੀ ਹੋਵੇਗਾ ਨਾ। ਕਈ ਵਾਰੀ ਇਹ ਮੋਹ ਦੇ ਨਾਲ ਝਗੜਦਾ ਹੈ, ਮੋਹ ਜਿੱਤ ਜਾਂਦਾ ਹੈ, ਮਨ ਦੁਖੀ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਅਹੰਕਾਰ ਨਾਲ ਝਗੜਦਾ ਹੈ, ਅਹੰਕਾਰ ਜਿੱਤ ਜਾਂਦਾ ਹੈ, ਮਨ ਦੁਖੀ ਹੁੰਦਾ ਹੈ। ਇਹ ਫਿਰ ਮਨ ਪੁੱਠੇ ਰਾਸਤੇ ਤੇ ਚੱਲਦਾ ਹੈ, ਭਟਕਣਾ 'ਚ ਪੈ ਜਾਂਦਾ ਹੈ। ਫਿਰ ਜਿਉਂ-ਜਿਉਂ ਭਟਕਣਾ 'ਚ ਪੈਂਦਾ ਹੈ, ਤਿਉਂ-ਤਿਉਂ ਦੁਖੀ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਕਿਉਂਕਿ ਮਾਰਗ ਭੁੱਲ ਗਿਆ, ਸੱਤ ਦਾ ਮਾਰਗ ਭੁੱਲ ਗਿਆ। ਤੇ ਜਿਹੜੇ ਆਪਣੇ ਮਾਰਗ ਭੁੱਲ ਜਾਂਦੇ ਹਨ, ਮੰਜ਼ਿਲ ਭੁੱਲ ਜਾਂਦੇ ਹਨ, ਮਾਰਗਾਂ ਤੋਂ ਭਟਕ ਜਾਂਦੇ ਹਨ, ਸਦਾ ਦੁਖੀ ਰਹਿੰਦੇ ਹਨ, ਦੁਖੀ ਰਹਿੰਦੇ ਹਨ। ਹੁਣ ਮਨ ਦੇ ਅੰਦਰ ਦੋ ਵਿਚਾਰਾਂ ਉੱਠਦੀਆਂ ਹਨ। ਮਨ ਦਾ ਝਗੜਾ ਕੀ ਹੈ? ਕਿਉਂਕਿ ਅਸੀਂ ਕਹਾਂਗੇ ਕਿ ਸਾਡੇ ਮਨ ਦਾ ਕੀ ਝਗੜਾ ਹੈ, ਕਿਸ ਝਗੜੇ ਦੀ ਗੱਲ ਕਰ ਰਹੇ ਹਨ। ਇਹ ਝਗੜਾ ਭਗਤ ਕਬੀਰ ਜੀ ਨੇ ਇੱਥੇ ਬਚਨ ਕੀਤੇ ਹਨ 331 ਅੰਗ ਦੇ ਉੱਤੇ ਕਿ ਇਹ ਝਗੜਾ ਦੂਰ ਕਰ। ਬਾਅਦ ਵਿੱਚ ਆਪ ਜੀ ਨਾਲ ਸ਼ਬਦ ਸਾਂਝ ਪਾਵਾਂਗਾ 1158 ਅੰਗ ਤੇ ਭਗਤ ਕਬੀਰ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ। ਕਹਿੰਦੇ ਹਮਾਰਾ ਝਗੜਾ ਰਹਾ ਨਾ ਕੋ। ਸਤਿਗੁਰੂ ਜੀ ਮੇਰੇ ਹੁਣ ਝਗੜੇ ਮਿਟ ਗਏ,
ਤੁਸੀਂ ਮੇਰੇ ਤੇ ਕਿਰਪਾ ਕਰ ਦਿੱਤੀ, ਰਹਿਮਤ ਕਰਤੀ। ਮੈਂ ਬੇਨਤੀ ਕੀਤੀ ਸੀਗੀ ਕਿ ਪ੍ਰਮਾਤਮਾ ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸਿਓ ਕਾਮ, ਕਿ ਮੇਰਾ ਇੱਕ ਝਗੜਾ ਹੈ ਨਿਬੇੜ ਦੇ। ਤੇ ਪਰਮਾਤਮਾ ਸੁਣਦਾ ਹੈ ਬੇਨਤੀ। ਅਸੀਂ ਕਦੇ ਬੇਨਤੀ ਨਹੀਂ ਕੀਤੀ। ਅਸੀਂ ਇਹ ਸ਼ਬਦ ਪੜ੍ਹਿਆ ਬਹੁਤ ਵਾਰੀ। ਇੱਕ ਸਾਡੇ ਅੰਦਰ ਧਾਰਨਾ ਬਣ ਚੁੱਕੀ ਹੈ। ਧਾਰਨਾ ਉਹ ਕੀ ਹੈ? ਕਹਿੰਦੇ ਬਾਣੀ ਅਗਾਧ ਬੋਧ ਹੈ, ਇਹਨੂੰ ਸਮਝਣਾ ਸੌਖਾ ਥੋੜੀ ਹੈ। ਇਹ ਕਹਿ ਕੇ ਤੇ ਬਸ ਵਿਚਾਰ ਵਾਲੇ ਬੰਨੋਂ ਅਸੀਂ ਕੰਨੀ ਕਤਰਾ ਲਈ, ਉਧਰ ਧਿਆਨ ਹੀ ਨਹੀਂ ਦਿੱਤਾ। ਬਸ ਗੱਲ ਮੁਕਾ ਦਿੱਤੀ ਕਿ ਬਾਣੀ ਅਗਾਧ ਬੋਧ ਹੈ, ਸਾਡੀ ਸਮਝ 'ਚ ਨਹੀਂ ਆਉਣ ਵਾਲੀ ਜੀ, ਇਹਨੂੰ ਸਮਝਿਆ ਹੀ ਨਹੀਂ ਜਾ ਸਕਦਾ, ਇਹਦੀ ਵਿਚਾਰ ਹੀ ਨਹੀਂ ਕੀਤੀ ਜਾ ਸਕਦੀ। ਉਧਰੋਂ ਖਹਿੜਾ ਹੀ ਛਡਾ ਲਿਆ, ਵਿਚਾਰ ਵਾਲੇ ਬੰਨੋਂ ਅਸੀਂ ਖਹਿੜਾ ਛਡਾ ਲਿਆ। ਸਾਨੂੰ ਹੁਣ ਕੰਮ ਇਹਨੂੰ ਸਿਰਫ ਅਸੀਂ ਗਾਉਣ ਤੱਕ, ਸੁਣਨ ਤੱਕ ਸੀਮਤ ਰਹਿ ਗਏ। ਲੇਕਿਨ ਸਤਿਗੁਰੂ ਜੀ ਨੇ ਆਖਿਆ ਸੀ ਨਹੀਂ, ਵਿਚਾਰ ਦੇ ਨਾਲ ਜੁੜਨਾ ਹੈ, ਵਿਚਾਰ ਦੇ ਨਾਲ। ਜੋ ਲੋਕ ਕਹਿੰਦੇ ਹਨ ਬਾਣੀ ਅਗਾਧ ਬੋਧ ਹੈ, ਸਾਡੀ ਪਹੁੰਚ ਤੋਂ ਪਰਾਂ ਹੈ, ਤੇ ਫਿਰ ਇਹ ਬਾਣੀ ਉਚਾਰਨ ਕਾਹਦੇ ਵਾਸਤੇ ਕੀਤੀ ਪਰਮਾਤਮਾ ਨੇ? ਜੇ ਅਸੀਂ ਵਿਚਾਰਨੀ ਨਹੀਂ ਤੇ ਕਾਹਦੇ ਵਾਸਤੇ? ਇੱਕ ਛੋਟੀ ਜਿਹੀ ਉਦਾਹਰਨ ਦਵਾਂ। ਜੇ ਭਗਤ ਜੀ ਇਹ ਗੱਲ ਕਰਦੇ ਹਨ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਇਹਦੀ ਵਿਚਾਰ ਹੈ ਕਿ ਮਾੜੇ ਦਾ ਭਲਾ ਕਰ, ਗੁੱਸਾ ਮਨ 'ਚ ਨਾ ਲੈ ਕੇ ਆ। ਕਿਉਂਕਿ ਜੇ ਗੁੱਸਾ ਤੇਰੇ ਮਨ ਦੇ ਵਿੱਚ ਟਿਕਿਆ ਰਿਹਾ, ਫਿਰ ਇਹ ਮਨ ਝਗੜਿਆਂ 'ਚ ਫਸਿਆ ਰਹੇਗਾ। ਤੇ ਅਸੀਂ ਕਹਿ ਦਿੱਤਾ ਬਾਣੀ ਅਗਾਧ ਬੋਧ ਹੈ। ਸਾਨੂੰ ਵਿਚਾਰ ਕਿ ਬਾਬਾ ਫਰੀਦ ਜੀ ਗੁੱਸੇ 'ਚ ਰਹਿੰਦੇ ਸਨ, ਕ੍ਰੋਧ 'ਚ ਰਹਿੰਦੇ ਸਨ, ਕਿ ਉਹ ਮਾੜਿਆਂ ਦਾ ਭਲਾ, ਬੁਰਿਆਂ ਦਾ ਬੁਰਾ ਕਰਦੇ ਸਨ, ਕਿ ਉਹਨਾਂ ਵਾਸਤੇ ਬਾਣੀ ਹੈ। ਜਿੰਨੀ ਬਾਣੀ ਗੁਰੂਆਂ ਨੇ ਉਚਾਰਨ ਕੀਤੀ ਕਿ ਆਪਣੇ ਵਾਸਤੇ ਉਚਾਰਨ ਕੀਤੀ ਨਹੀਂ, ਸਾਡੇ ਵਾਸਤੇ ਉਚਾਰਨ ਕੀਤੀ ਹੈ। ਜੇ ਭੱਟ ਸਾਹਿਬਾਨ ਕਹਿਣ ਲੱਗੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਜੇ ਬਾਣੀ ਕਹਿੰਦੀ ਹੈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਕਿ ਉਹਨਾਂ ਮਹਾਂਪੁਰਖਾਂ ਦੇ ਵਿੱਚ ਅਵਗੁਣ ਭਰੇ ਸਨ? ਨਹੀਂ, ਅਵਗੁਣ ਸਾਡੇ 'ਚ ਹਨ। ਨੀਚ ਕਰਮ ਅਸੀਂ ਕਰਦੇ ਹਾਂ, ਗੁਰੂਆਂ ਨੇ ਨਹੀਂ ਕੀਤੇ। 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਹਨ, ਉਹਨਾਂ ਨੇ ਮਾੜੇ ਕਰਮ ਨਹੀਂ ਕੀਤੇ, ਲੇਕਿਨ ਇੱਕ ਇੱਕ ਕਰਮਾਂ ਨੂੰ ਪ੍ਰਗਟ ਕੀਤਾ ਹੈ, ਤੂੰ ਇਹ ਮਾੜੇ ਕਰਮ ਕਰ ਰਿਹਾ। ਇਹ ਸਾਡੇ ਵਾਸਤੇ ਬਾਣੀ ਪੜ੍ਹਨੀ, ਵਿਚਾਰਨੀ ਸਾਡੇ ਵਾਸਤੇ ਹੈ, ਅਸੀਂ ਵਿਚਾਰਨਾ ਹੈ। ਇਹ ਇੰਨੀ ਕੁ ਗੱਲ ਕਹਿ ਕੇ ਕਿ ਬਾਣੀ ਅਗਾਧ ਬੋਧ ਹੈ ਤੇ ਇਧਰੋਂ ਖਹਿੜਾ ਨਹੀਂ ਛੁੱਟਣਾ। ਮਾਲਕ ਨੇ ਆਖਿਆ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਭ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ, ਤਿਸ ਕਾ ਹੋਏ ਉਧਾਰੋ। ਜੇ ਕੋ ਖਾਵੇ ਜੇ ਕੋ ਪੁੰਚੇ, ਥਾਲ ਵਿੱਚ ਜੇ ਪ੍ਰਸ਼ਾਦਾ ਪਿਆ ਨਾ, ਭੁੱਖ ਉਸੇ ਦੀ ਦੂਰ ਹੋਵੇਗੀ ਜਿਹੜਾ ਖਾਵੇਗਾ ਤੇ ਪਚਾਵੇਗਾ। ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਹੈ, ਸਤ ਸੰਤੋਖ ਵਿਚਾਰ, ਇਹ ਪਦਾਰਥ ਪਏ ਹਨ ਇਹਦੇ ਵਿੱਚ। ਇਹ ਜੋ ਇਹਨਾਂ ਨੂੰ ਪੜ੍ਹੇਗਾ, ਇਹਨਾਂ ਦੀ ਵਿਚਾਰ ਆਪਣੀ ਜ਼ਿੰਦਗੀ 'ਚ ਲੈ ਕੇ ਆਵੇਗਾ, ਤ੍ਰਿਸ਼ਨਾ ਦੀ ਭੁੱਖ ਉਹਨਾਂ ਦੀ ਹੀ ਮਿਟੇਗੀ, ਸੁਖੀ ਉਹੀ ਹੋਵਣਗੇ। ਨਹੀਂ ਤੇ ਫਿਰ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ ਤੇ ਅਸੀਂ ਵੀ ਦੁਖੀ ਰਵਾਂਗੇ। ਮੈਂ ਆਪਣੀ ਵਿਚਾਰ ਤੇ ਆਵਾਂ, ਮਨ ਦਾ ਝਗੜਾ ਕੀ ਹੈ? ਕਿਉਂਕਿ ਇੱਥੇ ਬੇਨਤੀ ਕੀਤੀ ਭਗਤ ਕਬੀਰ ਜੀ ਨੇ ਤੇ ਆਖਰ 'ਚ ਸਾਨੂੰ ਸਪਸ਼ਟ ਕਰ ਦਿੱਤਾ ਕਿ ਹਮਾਰਾ ਝਗੜਾ ਰਹਾ ਨਾ ਕੋ, ਸਾਡਾ ਝਗੜਾ ਖਤਮ ਹੋ ਗਿਆ। ਕਿਵੇਂ ਖਤਮ ਹੋਇਆ ਉਹ ਵੀ ਆਪ ਜੀ ਨਾਲ ਸਾਂਝ ਪਾਵਾਂਗਾ। ਅਸੀਂ ਦੁਖੀ ਕਿਉਂ ਹਾਂ ਉਹ ਵੀ ਸਾਂਝ ਪਾਵਾਂਗਾ। ਸੋ ਇੱਥੇ ਮਨ ਦੇ ਅੰਦਰ ਨਾ ਹਮੇਸ਼ਾ ਦੋ ਵਿਚਾਰ ਪ੍ਰਗਟ ਹੁੰਦੀਆਂ ਹਨ। ਮੰਨ ਲਵੋ ਕਿ ਇੱਕ ਚੋਰ ਚੋਰੀ ਕਰਨ ਗਿਆ, ਚੋਰ ਚੋਰੀ ਕਰਨ ਗਿਆ, ਮਨ 'ਚ ਵਿਚਾਰ ਆਇਆ ਕਿ ਭਾਈ ਕੈਮਰੇ ਲੱਗੇ ਹੋਏ ਹਨ ਹਰ ਇੱਕ ਗਲੀ 'ਚ ਮੋੜ ਤੇ, ਤੂੰ ਕੈਮਰਿਆਂ ਵਿੱਚ ਆ ਗਿਆ, ਪਕੜਿਆ ਜਾਵੇਗਾ, ਬਹੁਤ ਮਾੜੀ ਹੋਵੇਗੀ ਤੇਰੇ ਨਾਲ। ਫਿਰ ਇੱਕ ਵਿਚਾਰ ਆਈ, ਉਹ ਕੋਈ ਨਹੀਂ ਦੇਖਦਾ, ਮੂੰਹ ਲਪੇਟ ਲਾ, ਕੈਮਰਿਆਂ ਤੋਂ ਬਚ ਕੇ ਨਿਕਲ ਜਾਵੀਂ। ਕੀਤਾ ਕਿ ਦੂਸਰੀ ਵਿਚਾਰ ਦੇ ਨਾਲ ਸਹਿਮਤ ਹੋ ਗਿਆ, ਐਗਰੀ ਹੋ ਗਏ ਤੇ ਉਹ ਚੋਰੀ ਕਰ ਲਈ। ਜਿਹੜੀ ਪਹਿਲੀ ਵਿਚਾਰ ਸੀ ਉਹ ਪਰਮਾਤਮਾ ਦੀ ਵਿਚਾਰ ਸੀ, ਉਹ ਗੁਰੂ ਦੀ ਵਿਚਾਰ ਸੀ, ਉਹ ਸੱਤ ਦੀ ਵਿਚਾਰ ਸੀਗੀ। ਉਸ ਵਿਚਾਰ ਨੂੰ ਦੱਬ ਦਿੱਤਾ, ਉਸ ਵਿਚਾਰ ਨੂੰ ਦੱਬ ਦਿੱਤਾ। ਕਿਉਂਕਿ ਪਰਮਾਤਮਾ ਸਾਡੇ ਅੰਦਰ ਬੈਠਾ ਹੈ, ਉਹ ਪਰਮਾਤਮਾ ਦੀ ਆਵਾਜ਼ ਹੁੰਦੀ ਹੈ, ਉਹ
परमात्मा दी। जदों कहने कदे किसी दा माड़ा नहीं करना, जे मन च विचार है तो विचार परमात्मा दी है। बुरा ना करो, विचार परमात्मा दी है। फरीदा बुरे दा भला करे, विचार गुरु दी है। गुरु मेरे संग सदा है नाले, गुरु मेरे नाल है, गुरु मेरे अंदर है। कोई मनुख इहो जिहा नहीं है ਜਿਹੜਾ पाप करन लग्या ਉਹਦੇ अंदर ਇਹ विचार ना आवे कि तू माड़ा करन लगा है। लेकिन जस्ट दूजे बन्ने विचार आ जाती है, कोई नहीं कर ला, किहड़ा कोई वेखदा है। पहली विचार गुरु दी है, परमात्मा दी है, क्योंकि परमात्मा अंदर वसदा है। बाणी ने सानू दस्सिया परमात्मा अंदर वसदा है। अजे तक माफ करो सानू यही नहीं समझ। जे समझ है तो कई बार असीं जदों रब नूं धोने ना हथ जोड़ के तां नूं मूंह करके वाहिगुरू परमात्मा भला करी, तां नूं मूंह जिद्दां परमात्मा उत्ते बैठा है। तो गुरु कहंदा होएगा कि कमलिया तैनूं ते मैं समझाया है कि परमात्मा अंदर वसदा है, तू अजे भी बाहर नूं मूँह चुक्या पिया है, तू अजे भी तां नूं मूँह चुक्या पिया है, अजे भी बाहर लभदा है। बाहर लभेगा कुछ नहीं मिलेगा। बंदे खोज दिल हर रोज, अंदर नूं खोज, तेरे अंदर बैठा है। फरीदा जंगल जंगल क्या भवे, वन कंडा मोड़े हैं, वसी रब ही हाली है, बाहर क्या ढूंढे। जेड़े बाहर नूं मूँह चुक के कहंदे ना वाहिगुरू भला करी, परमात्मा भला करी, किते कोई तां नूं मूँह करदा है, कोई मंदिर वाल ते, कोई किसे मस्जिद वाल ते, कोई माफ करियो गुरुद्वारे वाल, उहनूं समझ ही नहीं आई कि परमात्मा है कित्थे। परमात्मा अंदर है, अंदर बैठा है, बाहर क्या ढूंढे। बाबा फरीद जी कहते बाहर नूं की मूँह चुक्या है, बाहर की लभ रहा है। तेरे घर विच चीज पई होए, वस्तु पई होवे ते तू गवांढियां दे लभे, बाहर गलियां च लभे, लोग कहणगे बेवकूफ है, तेरे ती चीज तेरे घर च पई है, तू घर नूं छड्ड के बाहर लभदा है। बाहर कुछ नहीं है, परमात्मा अंदर है, गुरु अंदर है, गुरु दी विचार अंदर है। उस समय जो विचार प्रगट होंदी है ना कि ये माड़ा कर रहा है, ये नहीं करना, ये काम माड़ा है, वो सच दी विचार है, वो तेरे गुरु दी विचार है। उस विचार नूं सुन, उसदी मन, तो उस वक्त उस कारज नूं ना कर जिथे तेरा मन मनदा नहीं, या जिथे आवाज आ रही कि कर्म माड़ा है। वो झगड़ा है उत्थे, लेकिन हुंदा की है, माड़ी विचार चंगी विचार नाल जदों झगड़दी है, मन माड़ी विचार वाल तुर जांदा है, क्योंकि गुरु दे लड़ नहीं लग्या, मन ने मत दी नहीं मन्नी ते माड़े कर्म वाल तुर पिया, ओनू काम नूं कर दिता। ये साडे अंदर दे झगड़े हन। हर घड़ी हर वक्त असी अंदरों दुखी रहने हाँ, ये मन दे झगड़े हन। इन्हां झगड़ियां नूं दूर करन वास्ते भगत कबीर जी ने बेनती की, परमात्मा झगड़ा एक नबेरो राम, जो तुम अपने जन स्यों काम। झगड़ा उत्थे हुंदा जिथे दो विचारां होण, दो मनुख होण। कल्ला बंदा कदे नहीं लड़दा, किहदे नाल लड़ेगा? किसे नाल ही लड़ना ना, किसे नाल ही झगड़ना है। हुण साडे अंदर दा जे झगड़े दी गल करांगे ते जे अंदर भी डबल माइंड है, अंदर दुचित्तापन है, दुविधा है, झगड़ा ही उत्थे। जिथे दुविधा नहीं, दुचित्तापन नहीं, उत्थे झगड़ा कोई नहीं। हुण असी लगे ते गुरु दे लड़ सां, साडे अंदर एक ही विचार होनी चाहिदी सी, ओ होनी चाहिदी सी गुर विचार। जिथे एक विचार होवेगी, एक बंदा होएगा, कल्ला बंदा घर विच लड़ेगा कि वह कंधा नाल लड़ेगा, कि वह पखे नाल लड़ेगा? नहीं लड़ेगा ना। जदों दो बंदे होणगे, चाहे मियाँ बीवी धीआ पुत्तर हन, या दो बंदे, झगड़ा ही उत्थे। मन दे अंदर झगड़ा किस गल दा है? बड़ी प्यारी विचार समझण वाली है। मन दे अंदर विचार है, झगड़ा है विचारां दा। ते विचारां दो हन, दो विचारां चल रही। एक गुर विचार, गुरु दी विचार, एक दुनियावी विचार, कर्मकांडी विचार। कल भी आप जी नाल सांझ पाई सी ना, जो भगत कबीर जी का बड़ा प्यारा, जल है सूतक थल है सूतक, सूतक उपत होई। हुण जिन्हां ने ते सूतक नूं समझ लिया, गुरु विचार नूं समझ लिया, उन्हां दे घर झगड़े नहीं होवणगे। ते जिन्हां ने नहीं समझिया, बच्चा हुंदियां सारी कहणगे बई ये काम ना करो, सूतक है, इंज ना करो, सूतक है। उत्थे असीं झगड़न लग पैने हां।
ਉੱਥੇ ਝਗੜੇ ਹਨ। ਇੰਜ ਨਾ ਕਰੋ ਇਹ ਕੰਮ ਮਾੜਾ, ਇੰਜ ਨਾ ਕਰੋ ਇਹ ਕੰਮ ਚੰਗਾ ਹੈ, ਉੱਥੇ ਝਗੜੇ ਹਨ। ਆਖਿਰਕਾਰ ਇੱਕ ਵਾਰ ਦੀ ਗੱਲ, ਸ਼ਮਸ਼ਾਨ ਘਾਟ ਗਏ। ਉੱਥੇ ਇੱਕ ਗੁਰਸਿੱਖ ਨੇ ਆਖਿਆ ਕਿ ਭਾਈ ਉਸ ਦਿਨ ਅੰਗੀਠੇ ਦੀ ਸੰਭਾਲ ਸੀ। ਕਹਿਣ ਲੱਗੇ ਭਾਈ ਸਾਹਿਬ ਇਹਨੇ ਅਰਦਾਸ ਕਰ ਦਿੱਤੀ ਹੈ, ਅਰਦਾਸ ਕਰਤੀ ਹੈ, ਹੁਣ ਪਾਣੀ ਪਾ ਕੇ ਤੇ ਸਾਰਾ ਇਕੱਠਾ ਕਰੋ, ਕਿਉਂਕਿ ਗੁਰਮਤ ਅਨੁਸਾਰ ਕੀ ਹੈ, ਜਦ ਰਾਖ ਠੰਡੀ ਹੋ ਜਾਵੇ, ਉੱਥੇ ਚੌਥਾ ਅਸੀਂ ਕਰਦੇ ਹਾਂ, 11ਵਾਂ 12ਵਾਂ 13ਵਾਂ 17ਵਾਂ, ਇਹ ਮਨਮਤ ਹੈ, ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਕਈ ਚੌਥਾ ਕਰਦੇ ਨੇ, ਚੌਥੇ ਤੇ ਫੁੱਲ ਚੁੱਕਦੇ ਨੇ, ਕੋਈ ਸੰਬੰਧ ਨਹੀਂ ਚੌਥੇ ਦੇ ਨਾਲ ਸਾਡਾ। ਰਹਿਤ ਮਰਿਆਦਾ ਪੜੋ, ਅੱਧੇ ਝਗੜੇ ਤੇ ਸਾਡੇ ਵੈਸੇ ਖਤਮ ਹੋ ਜਾਣੇ ਹਨ, ਲੇਕਿਨ ਦੁੱਖ ਦੀ ਗੱਲ ਅਸੀਂ ਪੜਨਾ ਹੀ ਨਹੀਂ ਚਾਹੁੰਦੇ, ਪੜਨਾ ਛੱਡ ਦਿੱਤਾ। ਕਈ ਵਿਦਵਾਨ ਉਹ ਵੀ ਲਕੀਰ ਦੇ ਫਕੀਰ ਬਣੇ ਪਏ ਹਨ, ਕਿਉਂਕਿ ਕਈ ਮਿਥਿਆਸ ਨੂੰ ਇਤਿਹਾਸ ਬਣਾ ਕੇ ਸਾਡੇ ਸਾਹਮਣੇ ਲੈ ਕੇ ਹਨ। ਉਹ ਕਹਿਣਗੇ ਆਹ ਦੇਖੋ ਜੀ ਇਹ ਲਿਖਿਆ ਪਿਆ, ਇੱਥੇ ਲਿਖਿਆ ਹੈ, ਲਿਖਣ ਵਾਲਾ ਕੌਣ ਹੈ, ਉਹਦੀ ਸੋਚ ਕੀ ਹੈ, ਉਧਰ ਤੇ ਜਾਓ। ਗੁਰਸਿੱਖ ਪਿਆਰਿਆਂ ਨੇ ਰਹਿਤ ਮਰਿਆਦਾ ਸਾਡੀ ਝੋਲੀ ਦੇ ਵਿੱਚ ਪਾਈ ਹੈ। ਰਹਿਤ ਮਰਿਆਦਾ, ਜਿਹੜਾ ਕੋਈ ਰਹਿਤ ਮਰਿਆਦਾ ਚੰਗੀ ਤਰੀਕੇ ਪੜ੍ਹ ਲਵੇ, ਵਿਚਾਰ ਲਵੇ, ਉੱਤੇ ਪਹਿਰਾ ਦੇ ਦਿਓ, ਸੱਚ ਜਾਣਿਓ ਅੱਧੇ ਝਗੜੇ ਤੇ ਉਹਦੇ ਉਦੋਂ ਹੀ ਖਤਮ ਹੋ ਜਾਂਦੇ ਹਨ। ਤੇ ਰਹਿੰਦੇ ਖੁੰਦੇ ਜਦੋਂ ਬਾਣੀ ਨਾਲ ਜੁੜਾਂਗੇ ਫਿਰ ਤੇ ਸਫਾਇਆ ਹੀ ਹੈ ਨਾ, ਉੱਥੇ ਤੇ ਮਤਲਬ ਹੀ ਕੋਈ ਨਹੀਂ। ਉੱਥੇ ਤੇ ਫਿਰ ਇੱਕ ਹੀ ਵਿਚਾਰ ਹੈ, ਗੁਰ ਵਿਚਾਰ, ਉੱਥੇ ਦੂਜੀ ਵਿਚਾਰ ਨਹੀਂ। ਜੇ ਮਨ ਦੇ ਵਿੱਚ ਇੱਕ ਵਿਚਾਰ ਹੈ, ਕੋਈ ਝਗੜੇ ਨਹੀਂ। ਜਿੱਥੇ ਦੋ ਵਿਚਾਰਾਂ ਝਗੜੇ ਹੀ ਉੱਥੇ ਹਨ। ਕਿਸੇ ਨੇ ਆਖਿਆ ਗੁਰੂ ਮਹਾਰਾਜ ਜੀ ਦਾ ਜੋ ਰਹਿਤ ਮਰਿਆਦਾ ਹੈ ਅਨੁਸਾਰ ਭਾਈ ਸਾਹਿਬ ਨੇ ਅਰਦਾਸ ਕੀਤੀ ਹੈ, ਹੁਣ ਇੱਥੇ ਪਾਣੀ ਪਾਓ। ਪਾਣੀ ਕਿਉਂ ਪਾਉਂਦੇ ਹਾਂ, ਇਹ ਵੀ ਇੱਕ ਭਰਮ ਹੈ। ਪਾਣੀ ਇਸ ਕਰਕੇ ਨਹੀਂ ਪਾਉਣਾ ਕਿ ਕੋਈ ਕਰਮ ਕਾਂਡ ਨਹੀਂ, ਪਾਣੀ ਇਸ ਕਰਕੇ ਪਾਉਣੇ ਕਿ ਰਾਖ ਠੰਡੀ ਹੋ ਜਾਏ, ਇਕੱਠੀ ਕਰਨ ਲੱਗਿਆ ਸਾਡੇ ਹੱਥ ਨਾ ਸੜਨ। ਹੋ ਸਕਦਾ ਇਹਦੇ ਵਿੱਚ ਕਦੇ ਅੱਗ ਹੋਵੇ ਜਾਂ ਗਰਮ ਹੋਵੇ। ਰਹਿਤ ਮਰਿਆਦਾ ਸਾਫ਼ ਲਿਖਿਆ ਕਿ ਜਦੋਂ ਅੰਗੀਠਾ ਠੰਡਾ ਹੋ ਜਾਵੇ, ਰਾਖ ਠੰਡੀ ਹੋ ਜਾਵੇ, ਬੁੱਝ ਜਾਵੇ, ਅੱਗ ਠੰਡੀ ਹੋ ਜਾਵੇ, ਉਹਨੂੰ ਸਾਰੇ ਇਕੱਠਾ ਕਰੋ। ਜੋ ਸਾਡੀ ਗੁਰਮਤ ਹੈ ਉਹਨੂੰ ਇਕੱਠਾ ਕਰਕੇ ਵਗਦੇ ਹੋਏ ਪਾਣੀ 'ਚ ਕਿਤੇ ਪ੍ਰਵਾਹ ਕਰ ਦਿਓ। ਕਿਤੇ ਕੀਰਤਪੁਰ ਲੈ ਜਾਣ ਦੀ ਜਾਂ ਕਿਤੇ ਅਲੱਗ-ਅਲੱਗ ਥਾਵਾਂ ਤੇ ਲੈ ਜਾਣ ਦੀ ਲੋੜ ਨਹੀਂ। ਹਾਂ, ਅੱਜ ਲੋੜ ਮੁਤਾਬਕ ਜੇ ਕੋਈ ਜਗ੍ਹਾ ਬਣਾਈ ਗਈ ਹੈ ਕਿ ਇਸ ਥਾਂ ਦੇ ਉੱਤੇ ਇਹ ਰਾਖ ਜਾਂ ਇਹ ਫੁੱਲ ਜਿਹੜੇ ਤਾਰੇ ਜਾਣ, ਉਹ ਗੱਲ ਠੀਕ ਹੈ ਕਿ ਥਾਂ ਥਾਂ ਦੇ ਉੱਤੇ ਜਲ ਪ੍ਰਦੂਸ਼ਣ ਨਾ ਹੋਵੇ, ਕਿ ਇੱਕ ਥਾਂ ਦੇ ਉੱਤੇ ਠੀਕ ਹੈ। ਲੇਕਿਨ ਇਸ ਭਾਵਨਾ ਨਾਲ ਕਿ ਇੱਥੇ ਫੁੱਲ ਉਤਾਰਿਆ ਪਾਰ ਉਤਾਰਾ ਹੋ ਜਾਏਗਾ, ਇਹ ਮਨਮਤ ਹੈ, ਮਨਮਤ ਹੈ। ਇੱਕ ਨੇ ਆਖਿਆ ਇਕੱਠੇ ਕਰੋ, ਦੂਸਰੇ ਕਹਿੰਦੇ ਨਹੀਂ ਜੇ ਪੰਡਤ ਜੀ ਨੂੰ ਬੁਲਾਓ, ਪੰਡਤ ਜੀ ਆਉਣਗੇ, ਉਹ ਦੱਸਣਗੇ ਰਾਖ ਕਿੱਧਰੋਂ ਇਕੱਠੀ ਕਰਨੀ ਹੈ। ਪਹਿਲਾਂ ਉਹ ਆਤਮ ਰਾਮ ਉਹ ਚੁਣਦੇ ਹਨ। ਕਿੰਨਾ ਭਰਮ ਹੈ ਬਈ ਆਤਮ ਰਾਮ, ਆਤਮਾ ਰਾਮ ਉਹ ਪਰਮਾਤਮਾ ਵਾਸਤੇ। ਬਾਣੀ 'ਚ ਕਈ ਵਾਰੀ ਆਤਮਾ ਰਾਮ ਸ਼ਬਦ ਆਇਆ, ਆਤਮ ਰਾਮ, ਆਤਮਾ ਰਾਮ, ਉਹ ਤੇ ਪਰਮਾਤਮਾ ਵਾਸਤੇ, ਉਹ ਤੇ ਦੀ ਜੋਤ ਵਾਸਤੇ। ਉਹ ਬਾਹਰ ਗਿਆ ਹੈ ਤਾਂ ਹੀ ਡੈੱਡ ਬੋਡੀ ਹੋਈ ਹੈ, ਤਾਂ ਹੀ ਇਹਨੂੰ ਸਾੜਿਆ ਹੈ, ਨਹੀਂ ਤੇ ਅੱਗ ਦੇ ਲਾਗੇ ਨਹੀਂ ਸੀ ਜਾਂਦਾ। ਹੁਣ ਕੀ ਲੱਭਣਾ, ਰਾਖ ਵਿੱਚੋਂ ਆਤਮ ਰਾਮ ਲੱਭ ਰਹੇ, ਆਤਮਾ ਰਾਮ ਲੱਭ ਰਹੇ। ਤੇ ਉਹ ਪੰਡਤ ਜੀ ਵੀ ਇੱਕ ਅਲੱਗ ਜੀ ਹੱਡੀ ਜੀ ਲੈ ਕੇ ਕਹਿੰਦਾ ਇਹ ਆਤਮਾ ਰਾਮ ਹੈ। ਉਹਨਾਂ ਫੁੱਲਾਂ ਨੂੰ ਫਿਰ ਧੋਣਾ ਤੇ ਫੁੱਲ ਅਗਰਬੱਤੀਆਂ ਕਰਨੀਆਂ, ਸਭ ਮਨਮਤ ਹੈ। ਉੱਥੇ ਝਗੜਾ ਹੋ ਗਿਆ ਪਰਿਵਾਰ 'ਚ। ਕਹਿਣ ਲੱਗੇ, ਇੱਕ ਕਹਿ ਕੇ ਇਕੱਠਾ ਕਰਨਾ, ਇੱਕ ਕਹਿੰਦੇ ਨਹੀਂ ਆਤਮ ਰਾਮ ਲੱਭਣਾ ਹੈ। ਪੰਡਤ ਜੀ ਜਿਵੇਂ ਕਹਿਣਗੇ ਫੁੱਲ ਚੁਗਣੇ ਹਨ। ਤੇ ਮੈਂ ਆਖਿਆ ਜੇ ਪੰਡਤ ਜੀ ਨੂੰ ਹੀ ਬੁਲਾਉਣਾ ਸੀਗਾ ਤੇ ਫਿਰ ਮੈਨੂੰ ਕਿਉਂ ਬੁਲਾਇਆ? ਤੇ ਗੁਰੂ ਘਰ ਦੇ ਗ੍ਰੰਥੀ ਨੂੰ ਕਿਉਂ ਬੁਲਾਇਆ? ਉਹਨੂੰ ਗੁਰੂ ਘਰ ਵੀ ਕੰਮ ਸੀ, ਉਹਨੇ ਗੁਰਦੁਆਰੇ ਵੀ ਕੰਮ ਸੀਗਾ। ਉਸੇ ਵੇਲੇ 7 ਵਜੇ ਤੁਸੀਂ ਆਖਿਆ ਉੱਥੇ ਵੀ ਆਇਓ। ਇਹ ਝਗੜੇ ਹਨ ਨਾ। ਤੇ ਝਗੜੇ ਕਦੋਂ ਦੂਰ ਹੋਣੇ ਸਨ? ਜਿਹਨੂੰ ਭਗਤ ਕਬੀਰ ਜੀ ਨੇ ਇੱਥੇ ਬੇਨਤੀ ਕੀਤੀ, ਅੱਗੇ 1158 ਅੰਗ ਤੇ ਤੁਸੀਂ ਦਰਸ਼ਨ ਕਰੋਗੇ ਸ਼ਬਦ ਦੇ। ਉਹਨਾਂ ਨੇ ਆਖਿਆ ਹਮਰਾ ਝਗੜਾ ਰਹਾ ਨਾ ਕੋ। ਕਹਿੰਦੇ ਮੇਰੇ ਹੁਣ ਝਗੜੇ ਖਤਮ ਹੋ ਗਏ। ਭਗਤ ਕਬੀਰ ਜੀ ਕਹਿੰਦੇ, ਪੁੱਛੀਏ ਕਿਵੇਂ ਖਤਮ ਹੋਏ? ਕਹਿੰਦੇ ਪੰਡਤ ਮੁੱਲਾ ਛਾੜੇ ਦੋ। ਪੰਡਤ ਮੁੱਲਾ ਮੈਂ ਦੋਹਾਂ ਨੂੰ ਛੱਡ ਦਿੱਤਾ, ਇਸ ਕਰਕੇ ਮੇਰੇ ਝਗੜੇ ਖਤਮ ਹੋ ਗਏ। ਹੁਣ ਮੈਂ ਉਹਨਾਂ ਦੀ ਨਹੀਂ ਮੰਨਦਾ, ਮੈਂ ਸਿਰਫ ਆਪਣੇ ਗੁਰੂ ਦੀ ਵਿਚਾਰ ਨੂੰ ਮੰਨਦਾ ਹਾਂ। ਮੇਰਾ ਕੋਈ ਝਗੜਾ ਹੀ ਨਹੀਂ ਰਹਿ ਗਿਆ। ਹੁਣ ਉੱਥੇ ਇੱਕ ਕਹਿ ਰਿਹਾ ਹੈ ਕਿ ਪੰਡਤ ਜੀ ਨੂੰ ਬੁਲਾਓ, ਦੂਜਾ ਕਹਿ ਰਿਹਾ ਗੁਰੂ ਨੇ ਇਹ ਆਖਿਆ ਹੈ। ਦੋ ਵਿਚਾਰਾਂ ਹੈ ਨਾ, ਡਬਲ ਮਾਈਂਡ ਝਗੜੇ ਤਾਂ। ਜੇ ਸਾਰੇ ਗੁਰਮੁਖ ਹੁੰਦੇ, ਗੁਰ ਵਿਚਾਰ ਵਾਲੇ ਹੁੰਦੇ, ਕਹਿੰਦੇ ਪਾਓ ਪਾਣੀ, ਇਕੱਠੋ ਕਰੋ ਇਕੱਠਾ ਰਾਖ, ਤੇ ਜਿੱਥੇ ਵੀ ਜਲ ਪ੍ਰਵਾਹ ਹੈ ਉੱਥੇ ਸੁੱਟ ਦੋ। ਇੱਥੇ ਕੁਝ ਨਹੀਂ ਹੈ, ਮਿੱਟੀ ਹੈ, ਇਹਦੇ ਨਾਲ ਕੁਝ ਨਹੀਂ ਹੋਣਾ। ਝਗੜਾ ਹੀ ਕੋਈ ਨਹੀਂ ਸੀਗਾ, ਲੜਾਈ ਕੋਈ ਨਹੀਂ ਸੀਗੀ। ਤੇ ਭਗਤ ਜੀ ਕਹਿੰਦੇ ਝਗੜੇ ਹੀ ਤਾਂ ਹਨ। ਤੁਸੀਂ ਗੁਰੂ ਲੜ ਵੀ ਲੱਗੇ ਹੋ ਤੇ ਪੰਡਤ ਜੀ ਵੱਲ ਵੀ ਜਾਂਦੇ ਤੇ ਮੁੱਲਾਂ ਵੱਲ ਵੀ ਜਾਂਦੇ ਹੋ।
ਪੜ੍ਹੀ ਜਾਂਦੇ ਹੋ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਬੜੇ ਸੱਚੇ ਬਣਦੇ ਅਸੀਂ ਬਾਣੀ ਪੜ੍ਹ ਕੇ। ਕਦੇ ਦੀ ਵਿਚਾਰ ਨਾਲ ਵੀ ਤੇ ਜੁੜੋ। ਸ਼ਰਮ ਆਵੇਗੀ ਆਪਣੇ ਆਪ ਨੂੰ ਕਿ ਪੜਨ ਕੁਝ ਹੋਰ ਦੇ ਆ, ਕਰ ਕੁਝ ਹੋਰ ਰਹੇ ਆ। ਮਾਲਕ ਨੇ ਆਖਿਆ ਪਾਏ ਗਹੇ, ਜਦੋਂ ਦੇ ਤੇਰੇ ਚਰਨ ਪਕੜੇ ਹਨ, ਤੇਰੇ ਸਿਧਾਂਤ ਰੂਪੀ ਚਰਨ ਗਹੇ ਪਕੜੇ ਹਨ, ਤੇਰੇ ਸਿਧਾਂਤਾਂ ਨਾਲ ਜੁੜਿਆ ਹਾਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ। ਮੈਂ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ। ਰਾਮ ਰਹੀਮ ਪੁਰਾਨ ਕੁਰਾਨ। ਰਾਮ ਹਿੰਦੂ ਵੀਰਾਂ ਦੀ ਵਿਚਾਰਧਾਰਾ, ਉਹਨਾਂ ਦੇ ਗ੍ਰੰਥ ਪੁਰਾਨ। ਰਹੀਮ ਮੁਸਲਮਾਨ ਵੀਰਾਂ ਦੀ ਵਿਚਾਰਧਾਰਾ, ਉਹਨਾਂ ਦੇ ਗ੍ਰੰਥ ਕੁਰਾਨ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਇਹ ਅਨੇਕਾਂ ਰਸਤੇ ਦੱਸਦੇ ਹਨ, ਮੈਂ ਇੱਕ ਵੀ ਨਹੀਂ ਮੰਨਦਾ, ਕਿਉਂਕਿ ਪੰਡਤ ਮੁੱਲਾ ਛਾੜੇ ਦੋ, ਇਸ ਕਰਕੇ ਹਮਾਰਾ ਝਗੜਾ ਰਹਾ ਨਾ ਕੋ। ਝਗੜਾ ਹੀ ਉਨਾ ਚਿਰ ਸੀਗਾ ਜਿੰਨਾ ਚਿਰ ਸੀ ਪੰਡਤ ਮੁੱਲਾ ਦੀ ਮੰਨਦੇ ਸਾਂ। ਪੰਡਤ ਜੀ ਕਹਿੰਦੇ ਸੀ ਇਹ ਕਰੋ, ਜਿੰਨਾ ਚਿਰ ਉਹ ਕਰਦੇ। ਗੁਰੂ ਕਹਿੰਦਾ ਇਹ ਕਰੋ, ਡਬਲ ਮਾਈਂਡ ਸੀ, ਡਬਲ ਵਿਚਾਰ ਸੀਗੀ, ਉੱਥੇ ਝਗੜਾ ਸੀ। ਕਰਾਂ ਕਿ ਮੈਨੂੰ ਤੇ ਸਮਝ ਨਹੀਂ ਆ ਰਹੀ। ਉਹ ਕਮਲਿਆ ਤੈਨੂੰ ਸਮਝਾਉਣ ਵਾਸਤੇ ਤੇ 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂਆਂ ਨੇ ਦਰਜ ਕਰ ਦਿੱਤੇ ਕਿ ਤੈਨੂੰ ਸਮਝ ਆ ਜਾਵੇ। ਜੇ ਤੂੰ ਅਜੇ ਵੀ ਕਹਿਣਾ ਹੈ ਕਿ ਮੈਨੂੰ ਸਮਝ ਨਹੀਂ, ਮੈਂ ਕਰਾਂ ਕੀ, ਤੇ ਤੇਰੀ ਜ਼ਿੰਦਗੀ ਤ੍ਰਿਗ ਹੈ। ਦੁੱਖ ਇਸ ਗੱਲ ਦਾ ਤੂੰ ਗੁਰੂ ਦੀ ਵਿਚਾਰ ਪੜ੍ਹੀ ਨਹੀਂ, ਤੈਨੂੰ ਇਸ ਕਰਕੇ ਸਮਝ ਹੀ ਨਹੀਂ ਆ ਰਹੀ। ਤੂੰ ਪੜ੍ਹ, ਬਾਣੀ ਪੜ੍ਹ, ਤੂੰ ਇਹ ਕਹਿਣਾ ਹੀ ਭੁੱਲ ਜਾਏਗਾ ਮੈਨੂੰ ਸਮਝ ਨਹੀਂ ਆ ਰਹੀ, ਮੈਂ ਕਰਾਂ ਕੀ। ਤੇ ਭਗਤ ਜੀ ਨੇ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ ਰਾਮ ਰਹੀਮ ਪੁਰਾਨ ਕੁਰਾਨ, ਕਿਉਂਕਿ ਇਹ ਤੇ ਰਾਮ ਜੀ ਦੀ ਵਿਚਾਰਧਾਰਾ ਪੁਰਾਨ ਕਹਿ ਰਹੇ ਹਨ ਕਿ ਐਵੇਂ ਸੰਸਕਾਰ ਕਰਨਾ ਹੈ, ਐਵੇਂ ਚੌਥੇ ਤੇ ਆਉਣਾ ਹੈ, ਐਵੇਂ ਫੁੱਲ ਚੁਗਨੇ ਹਨ, ਇਹ ਰਾਮ ਆਤਮਾ ਰਾਮ ਦੇਖਣਾ ਹੈ, ਐਵੇਂ ਇਹਨਾਂ ਨੂੰ ਜਲ ਪ੍ਰਵਾਹ ਕਰਨਾ ਹੈ, ਪੂਜਾ ਕਰਨੀ ਹੈ। ਇਹ ਉਹਨਾਂ ਦੀ ਵਿਚਾਰ ਸੀਗੀ। ਤੇ ਭਗਤ ਜੀ ਕਹਿੰਦੇ ਹੁਣ ਮੇਰੇ ਅੰਦਰ ਇਹ ਵਿਚਾਰਾਂ ਨੂੰ ਲੈ ਕੇ ਝਗੜੇ ਨਹੀਂ ਹੁੰਦੇ, ਕਿਉਂਕਿ ਮੈਂ ਉਹਨਾਂ ਦੀ ਵਿਚਾਰ ਹੀ ਛੱਡ ਦਿੱਤੀ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਮੈਂ ਛੱਡ ਦਿੱਤਾ, ਲੇਕਿਨ ਅਸੀਂ ਨਹੀਂ ਛੱਡਿਆ, ਅਸੀਂ ਪਕੜ ਕੇ ਰੱਖਿਆ। ਅਸੀਂ ਉਹ ਸਾਰੇ ਕਰਮ ਕਰਦੇ ਹਾਂ। ਮੈਂ ਆਪਣੀ ਵਿਚਾਰ ਤੇ ਆਵਾਂ। ਭਗਤ ਜੀ ਕਹਿਣ ਲੱਗੇ ਭਾਈ ਮੇਰਾ ਝਗੜਾ ਤੇ ਅੰਦਰੋਂ ਖਤਮ ਹੋ ਗਿਆ। ਪੁੱਛੀਏ ਕਿਵੇਂ? ਕਹਿੰਦੇ ਕਿਉਂਕਿ ਹਮਾਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ। पंडित मुल्ला जो लिख दिया छाड़ चले हम कशु ना लिया। जो पंडित जी ने ते मुल्ला जी ने विचारधारा लिखी ना, राम रहीम पुरान कुरान अनेक कहे मत एक ना मानो। पंडित मुल्ला जो लिख दिया छाड़ चले हम कशु ना लिया। उदों झगड़ा मुक्या जदों उन्हां दी विचारधारा ही छड्ड दित्ती। इसे नूं ते गुरु गोबिंद सिंह महाराज जी ने आख्या सी खालसा मेरो रूप है खास, खालसे में हो करो निवास। जब ए गहे विप्रन की रीत मैं ना करो इनकी प्रतीत। होला महला मनाया खालसा सिरजना दिवस मनाया, लेकिन छड्या कुछ नहीं, बस असी लकीर दे फकीर बने रहे। आनंद उदों आवेगा, झगड़े उदों खत्म होवणगे जदों पंडित मुल्ला जो लिख दिया छाड़ चले हम कशु ना लिया। वो सब छड्ड दो, गुरु दे लड़ लगी, अपने हिरदे दे अंदर प्रेम पैदा करिए। हृदय अपने हिरदे दे विच इखलास, इखलास दा अर्थ प्यार। भगत जी ने पूछिए कि सारा कुछ तुसी किवें छड्डिया, तुहाडे झगड़े किवें खत्म होए? कहंदे हृदय इखलास निरख लै मीरा। मीरा मीर परमात्मा। कहंदे परमात्मा नूं वेख, परमात्मा नूं वेखेगा तू फिर इन्हां वल नहीं वेखेगा। ये राम रहीम पुराण कुरान अनेक है मत एक ना मानो, सब छड्ड देगा। फिर पंडित मुल्ला छाड़े दो, सब छड्ड देगा। उदों छड्डेगा जदों निरख लै मीरा, जदों अपने राम नूं वेख लेगा, रब नूं वेख लेगा, परमात्मा दे दर्शन कर लेगा। वो कदों होवणगे? हृदय इखलास, अपने हिरदे दे विच प्यार पैदा कर, क्योंकि जिन प्रेम कियो तिन ही प्रभु पायो। ਉਹਨੂੰ ਤੇ ਪਿਆਰ ਨਾਲ ਪਾਇਆ ਜਾ ਸਕਦਾ ਹੈ। ਹਿਰਦੇ ਇਖਲਾਸ ਨਿਰਖ ਲੈ ਮੀਰਾ। ਕਹਿੰਦੇ ਹੁਣ ਮੈਂ ਆਪਣੇ ਅੰਦਰ ਪਿਆਰ ਪੈਦਾ ਕਰਕੇ ਤੇ ਰੱਬ ਦੇ ਨਾਲ ਸਾਂਝ ਪਾ ਲਈਏ। ਸੋ ਜਦੋਂ ਅਸੀਂ ਗੁਰੂ ਦੇ ਨਾਲ ਸਾਂਝ ਪਾ ਲਾਂਗੇ, ਰੱਬ ਦੇ ਨਾਲ ਸਾਂਝ ਪਾ ਲਾਂਗੇ, ਰੱਬ ਅੰਦਰ ਬੈਠਾ ਸਾਡੇ
ਉਹਦੀ ਵਿਚਾਰ ਨਾਲ ਸਾਂਝ ਪਾ ਲਵਾਂਗੇ ਤੇ ਫਿਰ ਉਸ ਦਿਨ ਪਿਆਰਿਓ ਸਾਡੇ ਦੁਨਿਆਵੀ ਲੜਾਈ ਝਗੜੇ ਕਲੇਸ਼ ਸਭ ਖਤਮ ਹੋ ਜਾਣਗੇ। ਮੈਂ ਇੰਜ ਨਾ ਕੀਤਾ ਇੰਜ ਹੋ ਜਾਵੇਗਾ, ਇਹ ਖਤਮ ਹੋ ਜਾਵੇਗਾ। ਸਾਡੇ ਅੰਦਰ ਅਨੇਕਾਂ ਪ੍ਰਕਾਰ ਦੇ ਭਰਮ ਭੁਲੇਖੇ ਹਨ ਜਿਨ੍ਹਾਂ ਨੂੰ ਜੇ ਮੈਂ ਦੱਸਣ ਲੱਗ ਪਿਆ ਤੇ ਲੰਬਾ ਹੀ ਟਾਈਮ ਨਿਕਲ ਜਾਵੇਗਾ। ਇਹ ਸਭ ਖਤਮ ਹੋ ਜਾਣਗੇ, ਫਿਰ ਉੱਥੇ ਆਨੰਦ ਹੀ ਆਨੰਦ ਹੋਵੇਗਾ। ਕਿਉਂਕਿ ਮੈਂ ਸ਼ੁਰੂ 'ਚ ਬੇਨਤੀ ਕੀਤੀ, ਜੇ ਘਰ 'ਚ ਇੱਕ ਬੰਦਾ ਹੈ ਉਹ ਕਾਹਦੇ ਨਾਲ ਲੜੇਗਾ? ਕਿਸੇ ਨਾਲ, ਤੇ ਕੋਈ ਹੋਰ ਬੰਦਾ ਹੀ ਨਹੀਂ ਹੈ, ਉਹ ਪੱਖੇ ਕੰਧਾਂ ਨਾਲ ਨਹੀਂ ਸਿਰ ਮਾਰੇਗਾ। ਇਸੇ ਤਰੀਕੇ ਸਾਡੇ ਅੰਦਰ ਵਿਚਾਰ ਦੀ ਲੜਾਈ ਹੈ। ਜਦੋਂ ਇੱਕ ਹੀ ਵਿਚਾਰ ਹੋਵੇਗੀ, ਉਹ ਹੋਵੇਗੀ ਗੁਰ ਵਿਚਾਰ, ਫਿਰ ਮਨ ਦੇ ਲੜਾਈ ਝਗੜੇ ਕਲੇਸ਼ ਸਭ ਖਤਮ ਹੋ ਜਾਣਗੇ। ਕੋਈ ਕੁਝ ਵੀ ਕਹਿੰਦਾ ਰਹੇ, ਸਾਨੂੰ ਕੋਈ ਫਰਕ ਨਹੀਂ, ਅਸੀਂ ਕਿਸੇ ਦੇ ਦੱਸੇ ਮਾਰਗ ਤੇ ਨਹੀਂ ਚੱਲਣਾ। ਤੇ ਭਗਤ ਜੀ ਇੱਥੇ ਬਚਨ ਕਰਦੇ ਹਨ, ਸਮਾਂ ਘੱਟ ਹੈ, ਕਹਿਣ ਲੱਗੇ ਝਗੜਾ ਏਕ ਨਬੇਰੋ ਰਾਮ ਜੋ ਤੁਮ ਆਪਣੇ ਜਨ ਸਿਓ ਕਾਮ। ਹੁਣ ਝਗੜੇ ਕੀ ਹਨ? ਕਹਿੰਦੇ ਇਹ ਮਨ ਵੱਡਾ ਕਿ ਜਾ ਸਿਓ ਮਨ ਮਾਨਿਆ। ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਪਰਮਾਤਮਾ ਕਿ ਇਹ ਮਨ ਵੱਡਾ ਹੈ ਕਿ ਆ ਜਿਹਦੇ ਨਾਲ ਜੁੜ ਕੇ ਮਨ ਪਤੀਜ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਉਹ ਵੱਡਾ ਹੈ। ਮਨ ਵੈਸੇ ਬਹੁਤ ਤਗੜਾ ਹੈ, ਮਨ ਅਮੋੜ ਹੈ, ਮਨ ਮੰਨਦਾ ਹੀ ਨਹੀਂ ਹੈ। ਤੇ ਜਦੋਂ ਮਨ ਮੰਨ ਜਾਵੇ, ਮਨ ਨੂੰ ਜਿੱਤਿਆ ਜਾਵੇ, ਫਿਰ ਮਾਲਕ ਨੇ ਆਖਿਆ ਮਨ ਜੀਤੇ ਜਗ ਜੀਤ, ਉਦੋਂ ਜਗ ਨੂੰ ਜਿੱਤ ਜਾਵਾਂਗੇ। ਹੁਣ ਇਹਦੇ ਵਿੱਚ ਸਵਾਲ ਹੀ ਸਵਾਲ ਹਨ, ਇਸ ਸ਼ਬਦ ਦੇ ਵਿੱਚ ਉੱਤਰ ਨਹੀਂ ਹੈ। ਆਪ ਜੀ ਦਰਸ਼ਨ ਕਰੋਗੇ, ਇਹ ਮਨ ਵੱਡਾ ਕੇ ਜਾਸਿਓ ਮਨ ਮਾਨਿਆ, ਸਵਾਲ ਹੈ। ਰਾਮ ਵੱਡਾ ਕੇ ਰਾਮੇ ਜਾਣਿਆ, ਰਾਮ ਵੱਡਾ ਕਿ ਉਹਨੂੰ ਜਾਣਨ ਵਾਲਾ ਵੱਡਾ, ਸਵਾਲ ਹੈ। ਬ੍ਰਹਮਾ ਵੱਡਾ ਕੇ ਜਾਸ ਪਾਇਆ, ਜਿਹਨੇ ਪੈਦਾ ਕੀਤਾ ਉਹ ਵੱਡਾ ਕਿ ਬ੍ਰਹਮਾ ਵੱਡਾ, ਸਵਾਲ ਹੈ। ਇਹਦੇ 'ਚ ਉੱਤਰ ਨਹੀਂ ਲੱਭਣਗੇ ਤੁਹਾਨੂੰ, ਲੇਕਿਨ ਜਦੋਂ ਬਾਣੀ ਪੜ੍ਹੋਗੇ ਤੇ ਅਲੱਗ-ਅਲੱਗ ਥਾਵਾਂ ਤੇ ਭਗਤ ਕਬੀਰ ਜੀ ਦੀ ਬਾਣੀ 'ਚ ਹੀ ਉੱਤਰ ਲੱਭ ਜਾਣਗੇ, ਗੁਰੂ ਦੀ ਵਿਚਾਰ 'ਚ ਹੀ ਉੱਤਰ ਲੱਭ ਜਾਣਗੇ। ਤੇ ਇੱਥੇ ਉੱਤਰ ਹਨ, ਇਹ ਮਨ ਵੱਡਾ ਕਿ ਜਾਸਿਓ ਮਨ ਮਾਨਿਆ। ਕਹਿੰਦੇ ਮਨ ਵੱਡਾ ਕਿ ਜਿਹਦੇ ਨਾਲ ਜੁੜ ਕੇ ਪਤੀਜ ਜਾਵੇ ਉਹ ਵੱਡਾ ਹੈ। ਤੇ ਉੱਤਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਵੱਡਾ ਹੈ, ਜਿਹਦੇ ਚਰਨਾਂ 'ਚ ਮਨ ਟਿਕ ਜਾਵੇ ਤੇ ਫਿਰ ਮਨ ਦੀ ਹਿੰਮਤ ਨਹੀਂ ਇਹ ਪੁੱਠੇ ਮਾਰਗ ਤੇ ਤੁਰ ਪਵੇ। ਪਰਮਾਤਮਾ ਵੱਡਾ ਹੈ, ਪਰਮਾਤਮਾ ਦੀ ਵਿਚਾਰ ਵੱਡੀ ਹੈ, ਜਿਹੜੀ ਇਸ ਮਨ ਨੂੰ ਆਪਣੇ ਕੈਚ ਕਰ ਲੈਂਦੀ ਹੈ, ਪਕੜ ਲੈਂਦੀ ਹੈ, ਫਿਰ ਮਨ ਭਟਕਣਾ 'ਚ ਨਹੀਂ ਜਾਂਦਾ। ਰਾਮ ਵੱਡਾ ਕਹਿ ਰਾਮੇ ਜਾਣਿਆ, ਬੜੇ ਵੱਡੇ ਸਵਾਲ ਹਨ। ਤੁਹਾਨੂੰ ਹੋ ਸਕਦਾ ਹੈ ਇਹਨਾਂ ਦੇ ਅਲੱਗ-ਅਲੱਗ ਉੱਤਰ ਵੀ ਮਿਲ ਜਾਣ, ਲੇਕਿਨ ਮੇਰੀ ਕੋਸ਼ਿਸ਼ ਹੈ ਕਿ ਜੋ ਗੁਰਮਤ ਅਨੁਸਾਰ ਉੱਤਰ ਹਨ ਉਹ ਦਵਾਂ, ਜੋ ਗੁਰੂ ਨੇ ਸਾਨੂੰ ਦੱਸੇ ਹਨ। ਹੁਣ ਰਾਮ ਵੱਡਾ ਕਿ ਰਾਮੇ ਜਾਣਿਆ, ਅਸੀਂ ਤੇ ਕਹਿੰਦੇ ਆ ਕਿ ਰੱਬ ਵੱਡਾ ਹੈ, ਸਭ ਤੋਂ ਵੱਡਾ ਕੀ ਰੱਬ ਹੈ। ਤੇ ਭਗਤ ਜੀ ਕਹਿੰਦੇ ਸਮਝ ਨਹੀਂ ਆ ਰਹੀ, ਇਹੀ ਤੇ ਝਗੜਾ ਹੈ, ਸਮਝ ਨਹੀਂ ਆ ਰਹੀ ਕਿ ਰਾਮ ਵੱਡਾ ਕਿ ਰਾਮੇ ਜਾਣਿਆ, ਉਹ ਵੱਡਾ ਜਿਹਨੇ ਜਾਣ ਲਿਆ। ਕਿਸੇ ਨੇ ਆਖਿਆ ਉਹ ਬਿਲਡਿੰਗ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਹੁਣ ਮਨ 'ਚ ਵਿਚਾਰ ਆਇਆ ਕਿ ਬਿਲਡਿੰਗ ਵੇਖੀ ਜਾਵੇ, ਬੁਰਜ ਖਲੀਫਾ ਬਹੁਤ ਵੱਡੀ ਹੈ ਬਿਲਡਿੰਗ। ਇੱਕ ਬੰਦਾ ਗਿਆ, ਉਹਨੇ ਜਾ ਕੇ ਥੱਲੋਂ ਚਾਰੇ ਬੰਨਿਓ ਘੁੰਮ ਘੰਮ ਕੇ ਅੰਦਰੋਂ ਵੇਖ ਵਾਖ ਕੇ ਚੋਟੀ ਤੇ ਚੜ ਗਿਆ। ਵੇਖ ਵਾਖ ਕੇ ਕਹਿੰਦਾ ਜਿੰਨੀ ਕਿਹਾ ਮੈਂ ਸਾਰੀ ਵੇਖ ਲਈ ਆ, ਹੁਣ ਇਹ ਤੋਂ ਵੱਡਾ ਇਹਦੇ 'ਚ ਕੁਝ ਨਹੀਂ, ਮੈਂ ਵੇਖ ਲਿਆ ਹੈ। ਇੱਥੇ ਇਸ ਭਾਵ ਨਾਲ ਅਰਥ ਨਹੀਂ ਲੈਣੇ ਕਿ ਰੱਬ ਹੈ, ਕਿ ਇਹ ਇੱਕ ਅਲੱਗ ਸਮਝਣ ਵਾਲੀ ਸਬਜੈਕਟ ਹੈ। ਤੇ ਜਿਨ੍ਹਾਂ ਨੇ ਰੱਬ ਨੂੰ ਸਮਝ ਲਿਆ ਨਾ, ਉਹਨਾਂ ਵਾਸਤੇ ਰੱਬ ਬਹੁਤ ਹੀ ਸੌਖਾ ਹੈ। ਵੈਸੇ ਰੱਬ ਨੂੰ ਪਾਉਣਾ ਬਹੁਤ। ਬੁੱਲੇ ਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ, ਬਾਬਾ ਜੀ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ? ਇੰਨੀ ਸਿੰਪਲ ਉਦਾਹਰਣ ਦਿੱਤੀ ਕਿ ਅਸੀਂ ਕਹਾਂਗੇ ਕਿ ਉਦਾਹਰਣ ਹੈ। ਉਹ ਗੰਢਿਆਂ ਦੀ ਜਿਹੜੀ ਬੇੜ ਸੀ, ਪੌਦੇ ਸਨ, ਉਹ ਲਗਾ ਰਹੇ ਸਨ। ਹੁਣ ਗੰਢਿਆਂ ਦਾ ਬੀਜ ਇੱਕ ਥਾਂ ਦੇ ਉੱਤੇ ਇੱਕ ਕਿਆਰੀ 'ਚ ਤਿਆਰ ਕੀਤਾ ਜਾਂਦਾ, ਜਿੱਦਾਂ ਧਾਨ ਝੋਨੇ ਨੂੰ ਉਹਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ, ਫਿਰ ਪੁੱਟ ਕੇ ਦੂਜੇ ਖੇਤਾਂ 'ਚ ਲਗਾਇਆ ਜਾਂਦਾ। ਕਹਿੰਦੇ ਉਹ ਗੰਢਿਆਂ ਦੇ ਬੀਜ ਜਿਹੜੇ ਸਨ, ਪਨੀਰੀ, ਉਹ ਇੱਕ ਪੁੱਟ ਕੇ ਦੂਜੀ ਖੱਤੀ 'ਚ ਲਗਾ ਰਹੇ ਸਨ। ਕਹਿੰਦੇ ਰੱਬ ਦਾ ਕੀ ਪਾਉਣਾ? ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਿਆ ਤੇ ਇੱਧਰ ਲਾਉਣਾ ਬੜਾ ਸੌਖਾ ਹੈ। ਜਿਵੇਂ ਗੰਢੇ ਇੱਧਰੋਂ ਪੁੱਟ ਕੇ, ਪਨੀਰੀ ਇੱਧਰੋਂ ਪੁੱਟ ਕੇ ਇੱਧਰ ਲਗਾ ਦਿੱਤੀ। ਕਹਿੰਦੇ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਿਆ ਤੇ ਇੱਧਰ ਲਾਉਣਾ। ਸਮਝਾ ਦਿੱਤਾ ਕਿ ਰੱਬ ਦਾ ਪਾਉਣਾ ਕੋਈ ਔਖਾ ਨਹੀਂ ਹੈ, ਮਨ ਨੂੰ ਦੁਨੀਆ ਵੱਲੋਂ ਪੁੱਟ ਕੇ ਤੇ ਰੱਬ ਦੇ ਚਰਨਾਂ 'ਚ ਲਾ ਦੇਣੇ, ਰੱਬ ਦਾ ਪਾਉਣਾ ਹੈ। ਹੁਣ ਰੱਬ ਜਿਹੜਾ ਕਹਿੰਦਾ ਸੀ ਮੈਂ ਬਹੁਤ ਵੱਡਾ ਹੈ, ਜਦੋਂ ਉਹਦੇ ਭਗਤਾਂ ਨੇ ਪਾ ਲਿਆ ਤੇ ਹੁਣ ਭਗਤਾਂ ਦਾ ਰੱਬ ਗੁਲਾਮ ਬਣ ਗਿਆ। ਭਗਤਾਂ ਨੂੰ ਕਹਿੰਦਾ ਦੱਸੋ ਮੈਂ ਕਰਾਂ ਕੀ, ਦੱਸੋ ਮੈਂ ਕਰਾਂ ਕੀ। ਭਗਤ ਨਾਮਦੇਵ ਜੀ ਨੂੰ ਜੇ ਸਜ਼ਾ ਦਿੱਤੀ, ਰੱਬ ਕਹਿੰਦੇ ਆ ਗਿਆ, ਕਹਿੰਦੇ ਦੱਸ ਨਾਮਦੇਵ ਮੈਂ ਕਰਾਂ ਕੀ, ਕਿ ਧਰਤੀ ਉਲਟ ਕੇ ਰੱਖ ਦੇਵਾਂ, ਧਰਤੀ ਉਲਟੀ ਕਰ ਦੇਵਾਂ, ਜਾਂ ਤੇਰੀ ਮਰੀ ਹੋਈ ਗਾਂ ਜਵਾ ਦੇਵਾਂ। ਕਹਿੰਦੇ ਧੰਨੇ ਭਗਤ ਨੇ ਰੱਬ ਪਾਇਆ।
ਤੇ ਉਹ ਖੇਤਾਂ ਨੂੰ ਪਾਣੀ ਲਵਾਉਂਦਾ ਰਿਹਾ। ਇਹਦਾ ਮਤਲਬ ਭਗਤ ਵੱਡੇ ਹੋਏ ਨਾ ਰੱਬ ਤੋਂ, ਰੱਬ ਦੇ ਪਿਆਰੇ, ਕਿਉਂਕਿ ਜੋ ਫਿਰ ਉਹ ਰੱਬ ਦੇ ਪਿਆਰੇ ਕਹਿੰਦੇ ਹਨ ਰੱਬ ਉਹੀ ਕਰਦਾ ਹੈ। ਰੱਬ ਫਿਰ ਉਹਨਾਂ ਦਾ ਇੰਜ ਕਹਿ ਲਈਏ ਕਿ ਇੰਨਾ ਪਿਆਰ ਹੋ ਜਾਂਦਾ ਉਹਨਾਂ 'ਚ ਤੇ ਰੱਬ 'ਚ ਫਰਕ ਨਹੀਂ ਰਹਿ ਜਾਂਦਾ। ਜੋ ਕਹਿੰਦੇ ਨੇ ਰੱਬ ਉਹ ਕਰਦਾ ਹੈ। ਰੱਬ ਜਿੱਡਾ ਵੱਡਾ ਹੈ ਉਹਨੂੰ ਪਾਉਣ ਵਾਲਾ ਵੀ ਉੱਡਾ ਵੱਡਾ ਹੈ, ਕਿਉਂਕਿ ਜਿੱਡਾ ਵੱਡਾ ਰੱਬ ਹੈ ਉੱਡੇ ਵੱਡੇ ਬਣ ਕੇ ਹੀ ਉਹਨੂੰ ਸਮਝਿਆ ਜਾ ਸਕਦਾ ਹੈ। ਇਸ ਕਰਕੇ ਗੁਰਮਤਿ ਅਨੁਸਾਰ ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ 'ਚ ਤੇ ਰੱਬ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਸਗੋਂ ਉਲਟਾ ਰੱਬ ਨੂੰ ਉਹਨਾਂ ਦੀਆਂ ਗੱਲਾਂ ਮੰਨਣੀਆਂ ਪੈਂਦੀਆਂ ਹਨ। ਇੱਥੇ ਆਪਾਂ ਅਰਥ ਕਰਾਂਗੇ ਰਾਮ ਵੱਡਾ ਕੇ ਰਾਮੇ ਜਾਣਿਆ। ਰਾਮ ਤੋਂ ਵੱਡੀ ਵੀ ਕੋਈ ਸ਼ੈ ਹੈ, ਉਹ ਕੌਣ ਹੈ? ਜਿਹਨੇ ਰੱਬ ਨੂੰ ਪਾ ਲਿਆ, ਸਮਝ ਲਿਆ, ਜਾਣ ਲਿਆ। ਉਹ ਰਾਮ ਤੋਂ ਵੀ ਵੱਡਾ ਹੈ, ਰੱਬ ਤੋਂ ਵੀ ਵੱਡਾ ਹੈ। ਫਿਰ ਉਹ ਜੋ ਕਹਿੰਦਾ ਰੱਬ ਉਹੀ ਕਰਦਾ ਹੈ। ਬ੍ਰਹਮਾ ਵੱਡਾ ਕੇ ਜਾ ਸੁਪਾਇਆ। ਕਹਿੰਦੇ ਬ੍ਰਹਮਾ ਜੀ ਵੱਡਾ ਹਨ ਕਿ ਜਿਨ੍ਹਾਂ ਨੇ ਉਹਨਾਂ ਨੂੰ ਪੈਦਾ ਕੀਤਾ ਹੈ, ਤੇ ਨਾਰਮਲ ਗੱਲ ਹੈ, ਪੈਦਾ ਕਰਨ ਵਾਲਾ ਵੱਡਾ ਹੁੰਦਾ ਹੈ। ਪਰਮਾਤਮਾ ਵੱਡਾ ਹੈ ਜਿਨਨੇ ਆਪਣੀ ਸ੍ਰਿਸ਼ਟੀ 'ਚ ਇੱਕ ਨਹੀਂ ਅਨੇਕਾਂ ਹੀ ਬ੍ਰਹਮਾ ਵਿਸ਼ਨ ਮਹੇਸ਼ ਪੈਦਾ ਕੀਤੇ ਹਨ। ਪਰਮਾਤਮਾ ਵੱਡਾ ਹੈ, ਬ੍ਰਹਮਾ ਵੱਡਾ ਨਹੀਂ। ਇਸ ਕਰਕੇ ਉਸ ਪਰਮਾਤਮਾ ਦੇ ਲੜ ਲੱਗੀਏ, ਸਾਨੂੰ ਕਿਸੇ ਦੇਵੀ ਦੇਵਤੇ ਜਾਂ ਦੇਹਧਾਰੀਆਂ ਦੇ ਲੜ ਲੱਗਣ ਦੀ ਲੋੜ ਨਹੀਂ। ਵੇਦ ਵੱਡਾ ਕੇ ਜਹਾਂ ਤੇ ਆਇਆ। ਵੇਦ ਦਾ ਅਰਥ ਹੁੰਦਾ ਗਿਆਨ। ਇਹ ਗਿਆਨ ਵੱਡਾ ਕਿ ਜਿਸ ਤੋਂ ਗਿਆਨ ਪੈਦਾ ਹੋਇਆ, ਤੇ ਇਹਦਾ ਉੱਤਰ ਵੀ ਇਹ ਪਰਮਾਤਮਾ ਵੱਡਾ ਹੈ ਜਿੱਥੋਂ ਗਿਆਨ ਪੈਦਾ ਹੋਇਆ, ਜਿੱਥੋਂ ਵੇਦਾਂ 'ਚ ਕੀ ਪਰਮਾਤਮਾ ਦੇ ਪ੍ਰਤੀ ਵਿਚਾਰ ਹੈ, ਉਹ ਪਰਮਾਤਮਾ ਵੱਡਾ ਹੈ। ਅੱਗੇ ਬੜੇ ਪਿਆਰੇ ਬਚਨ ਹਨ। ਰਾਮ ਵੱਡਾ ਕੇ ਰਾਮੇ ਜਾਣਿਆ, ਬ੍ਰਹਮਾ ਵੱਡਾ ਕੇ ਜਾ ਸੁਪਾਇਆ, ਵੇਦ ਵੱਡਾ ਕੇ ਜਹਾਂ ਤੇ ਆਇਆ, ਕਹਿ ਕਬੀਰ ਹੋਂ ਭਇਆ ਉਦਾਸ। ਇਹ ਆਖਰੀ ਪੰਕਤੀ ਬੜੀ ਗਹਿਰੀ ਹੈ। ਕਹਿ ਕਬੀਰ ਹੋਂ ਭਇਆ ਉਦਾਸ। ਭਗਤ ਕਬੀਰ ਜੀ ਕਹਿੰਦੇ ਕਿ ਮੈਂ ਬੜਾ ਉਦਾਸ ਹਾਂ। ਮੈਨੂੰ ਗੱਲ ਇੱਕ ਹੋਰ ਸਮਝ ਨਹੀਂ ਆ ਰਹੀ ਪਰਮਾਤਮਾ, ਜਿੱਥੇ ਇੰਨੇ ਝਗੜੇ ਨਵੇੜੇ ਹਨ, ਝਗੜਾ ਇੱਕ ਨਵੇੜੋ ਰਾਮ, ਇਹ ਵੀ ਮੇਰਾ ਝਗੜਾ ਦੂਰ ਕਰ ਦਵੋ। ਤੀਰਥ ਵੱਡਾ ਕੇ ਹਰ ਕਾ ਦਾਸ। ਤੀਰਥ ਵੱਡਾ ਹੈ ਕਿ ਰੱਬ ਦੇ ਦਾਸ ਵੱਡੇ ਹਨ। ਤੇ ਜਦੋਂ ਆਪਾਂ ਬਾਹਰੀ ਤੀਰਥਾਂ ਦੀ ਗੱਲ ਕਰਾਂਗੇ ਨਾ, ਤੇ ਤੀਰਥ ਉੱਥੇ ਬਣੇ ਹਨ ਜਿੱਥੇ ਰੱਬ ਦੇ ਪਿਆਰੇ ਗਏ ਹਨ, ਜਿੱਥੇ ਰੱਬ ਦੇ ਪਿਆਰੇ ਗਏ ਹਨ, ਜਿੱਥੇ ਰੱਬ ਦੇ ਪਿਆਰਿਆਂ ਦੇ ਚਰਨ ਪਏ ਹਨ, ਉੱਥੇ ਤੀਰਥ ਬਣੇ ਹਨ। ਲੇਕਿਨ ਜਦੋਂ ਗੁਰਮਤਿ ਅਨੁਸਾਰ ਇਹਦੇ ਫਿਰ ਉਹਦੇ ਮੁਤਾਬਕ ਕੀ ਹੈ? ਰੱਬ ਦੇ ਪਿਆਰੇ ਵੱਡੇ ਹਨ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ। ਜਿੱਥੇ ਜਿੱਥੇ ਮੇਰੇ ਮਾਲਕ ਨੇ ਪੈਰ ਰੱਖੇ ਉੱਥੇ ਗੁਰਦੁਆਰੇ ਬਣ ਗਏ, ਗੁਰਧਾਮ ਬਣ ਗਏ। ਹਿੰਦੂ ਵੀਰਾਂ ਦੇ ਜਦੋਂ ਤੀਰਥਾਂ ਦੀ ਗੱਲ ਕਰਾਂਗੇ, ਜਿੱਥੇ ਜਿੱਥੇ ਕੋਈ ਦੇਵੀ ਦੇਵਤੇ ਗਏ, ਪ੍ਰਗਟ ਹੋਏ, ਉਹ ਤੀਰਥ ਬਣ ਗਏ, ਉਹ ਨਦੀਆਂ ਦੇ ਕਿਨਾਰੇ ਤੀਰਥ ਸਥਾਨ ਬਣ ਗਏ। ਤੇ ਤੀਰਥ ਕਿਸੇ ਕਰਕੇ ਬਣਿਆ, ਇਸ ਕਰਕੇ ਬਣਾਉਣ ਵਾਲਾ ਵੱਡਾ ਹੈ। ਲੇਕਿਨ ਇੱਥੇ ਜਦੋਂ ਗੁਰਮਤਿ ਅਨੁਸਾਰ ਅਰਥ ਕਰਾਂਗੇ ਫਿਰ ਤੀਰਥ ਵੱਡਾ ਹੈ। ਕਿਉਂ? ਕਿਉਂਕਿ ਅਸੀਂ ਗੁਰਮਤਿ ਨੇ ਬਾਹਰਲੀ ਤੀਰਥਾਂ ਦੀ ਗੱਲ ਨਹੀਂ ਕੀਤੀ, ਗੁਰਮਤਿ ਨੇ ਅੰਦਰਲੇ ਤੀਰਥ ਦੀ ਗੱਲ ਕੀਤੀ। ਅੰਤਰਗਤ ਤੀਰਥ ਮਲ ਨਹਾਓ। ਅੰਦਰ ਦੇ ਗੱਲ ਦੀ ਫਿਰ ਦੂਸਰੇ ਜਦੋਂ ਆਪਾਂ ਪ੍ਰੋਫੈਸਰ ਕਾਹਨ ਸਿੰਘ ਨਾਭਾ ਨੂੰ ਪੜ੍ਹਦੇ ਹਾਂ ਨਾ, ਤੀਰਥ ਦੇ ਪ੍ਰਤੀ ਮਹਾਨ ਕੋਸ਼ ਵਿੱਚ ਉਹਨਾਂ ਨੇ ਤੀਰਥ ਦੇ 11 ਨਾਮ ਦਿੱਤੇ ਹਨ। 11 ਨਾਮ ਤੋਂ ਤੀਰਥ ਨੂੰ ਜਿਹੜਾ ਹੈ ਐਕਸਪਲੇਨ ਕੀਤਾ ਹੈ। ਤੇ ਉਹਦੇ 'ਚ 2 ਨਾਮ ਤੀਰਥ ਦੇ, ਇੱਕ ਸਤਿਗੁਰੂ ਤੇ ਇੱਕ ਕਰਤਾਰ ਵੀ ਹੈ। ਤੇ ਬਾਣੀ ਨੇ ਵੀ ਕਈ ਥਾਂ ਵਿਚਾਰ ਕੀਤੀ ਹੈ ਕਿ ਸਤਿਗੁਰੂ ਤੀਰਥ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੇ ਤੀਰਥ ਸੰਸਕ੍ਰਿਤੀ ਸ਼ਬਦ ਹੈ, ਸੰਸਕ੍ਰਿਤੀ ਭਾਸ਼ਾ ਚੋਂ ਆਇਆ ਹੈ। ਤੀਰਥ ਦਾ ਮਤਲਬ ਉਹ ਹੁੰਦਾ ਕਿ ਜਿੱਥੇ ਜਾ ਕੇ ਪਾਪਾਂ ਦੀ ਮੈਲ ਉਤਰਦੀ ਏ ਤੇ ਇਹ ਤਨ ਮਨ ਪਵਿੱਤਰ ਹੋ ਜਾਂਦਾ, ਉਸ ਜਗ੍ਹਾ ਨੂੰ ਤੀਰਥ ਕਿਹਾ ਜਾਂਦਾ ਹੈ। ਲੇਕਿਨ ਬਾਣੀ ਨੇ ਬਾਹਰਲੇ ਤੀਰਥਾਂ ਦੀ ਗੱਲ ਨਹੀਂ ਕੀਤੀ, ਅੰਦਰਲੇ ਤੀਰਥ ਦੀ ਗੱਲ ਕੀਤੀ ਹੈ। ਇਸ ਕਰਕੇ ਅੰਦਰਲੇ ਤੀਰਥ ਤੇ ਜੋ ਨਹਾ ਲੈਂਦਾ ਹੈ ਉਹਦੀ ਮਲੀਨਤਾ ਖਤਮ ਹੋ ਜਾਂਦੀ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਉਹ ਰੱਬ ਦਾ ਰੂਪ ਬਣ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਵੀ ਤੀਰਥ ਤੇ ਜਾਣਾ, ਮੇਰਾ ਤੀਰਥ ਰੱਬ ਦਾ ਨਾਮ ਹੈ, ਮੇਰੇ ਅੰਦਰ ਤੀਰਥ ਹੈ, ਮੈਂ ਅੰਦਰਲੇ ਤੀਰਥ ਤੇ ਨਹਾਉਣਾ ਹਾਂ, ਮੈਂ ਆਪਣੀ ਮੈਲ ਨੂੰ ਮਲ ਮਲ ਕੇ ਧੋਣਾ ਹਾਂ, ਮੈਂ ਪਵਿੱਤਰ ਹੋ ਜਾਣਾ ਹਾਂ। ਤੇ ਜਦੋਂ ਅੰਦਰਲੇ ਤੀਰਥ ਦੀ ਗੱਲ ਕਰਾਂਗੇ ਫਿਰ ਤੀਰਥ ਵੱਡਾ ਹੈ। ਜਿਸ ਤੀਰਥ ਤੇ ਇਸ਼ਨਾਨ ਕੀਤਿਆਂ ਉਹ ਰੱਬ ਦੇ ਪਿਆਰੇ ਬਣਦੇ ਹਨ। ਸੋ ਇਸ ਕਰਕੇ ਇਹ ਝਗੜੇ ਜਿਹੜੇ ਸਾਡੇ ਹਨ ਉਹ ਅਸੀਂ ਦੂਰ ਕਰੀਏ। ਜੋ ਡਬਲ ਮਾਈਂਡ, ਡਬਲ ਵਿਚਾਰ, ਡਬਲ ਥਾਟ ਥਿੰਕਿੰਗ ਸਾਡੇ ਅੰਦਰ ਘਰ ਕਰੀ ਬੈਠੀ ਹੈ, ਇੰਜ ਕਰੀਏ ਕਿ ਇੰਜ ਕਰੀਏ, ਇੰਜ ਨਾ ਕੀਤਾ ਤੇ ਇੰਜ ਹੋ ਜਾਵੇਗਾ, ਇੰਜ ਨਾ ਕੀਤਾ ਤੇ ਇੰਜ ਹੋ ਜਾਵੇਗਾ।
ਪਰਸੋਂ ਖਾਲਸਾ ਸਿਰਜਣਾ ਦਿਵਸ ਤੇ ਇੱਕ ਦਸਤਾਰ ਬੰਨਣ ਵਾਸਤੇ ਬੱਚੇ ਨੂੰ ਮਾਤਾ ਪਿਤਾ ਆਏ ਤੇ ਮਾਤਾ ਕਹਿਣ ਲੱਗੀ ਭਾਈ ਸਾਹਿਬ ਦਸਤਾਰ ਇਸ ਹਿਸਾਬ ਨਾਲ ਬੰਨਿਓ ਕਿ ਇੱਕੋ ਵਾਰੀ ਪੂਰੀ ਆ ਜਾਵੇ, ਖੋਲਣੀ ਨਾ ਪਵੇ, ਦੁਬਾਰਾ ਨਾ ਖੋਲਣੀ ਪਵੇ। ਕਹਿਣ ਦਾ ਭਾਵ ਕਿ ਅਪਸਗਨ ਨਾ ਹੋ ਜਾਵੇ। ਅਸੀਂ ਗੁਰੂ ਨੂੰ ਮੰਨਦੇ ਹਾਂ। ਖਾਲਸਾ ਸਿਰਜਣਾ ਦਿਵਸ ਮੰਨਣ ਆਏ ਹਾਂ, ਜਿਹਨੂੰ ਮਾਲਕ ਨੇ ਆਖਿਆ ਸੀ ਭਰਮ ਭੇਖਤੇ ਰਹੇ ਨਿਆਰਾ, ਸੋ ਸਤਿਗੁਰੂ ਸੋ ਖਾਲਸਾ ਸਤਿਗੁਰੂ ਹਮਾਰਾ। ਉਹ ਖਾਲਸਾ ਅਸੀਂ ਬਣਨ ਜਾ ਰਹੇ ਹਾਂ ਤੇ ਸਾਡੇ ਅੰਦਰ ਭਰਮ ਪਏ ਹਨ। ਮੈਂ ਕਿਹਾ ਮੈਨੂੰ ਕੀ ਪਤਾ ਤੁਹਾਡੀ ਪੱਗ ਕਿੰਨੇ ਮੀਟਰ ਦੀ ਹੈ, ਬੱਚੇ ਦੇ ਕਿੰਨੇ ਮੀਟਰ ਦੇ ਪੇਜ ਪੂਰੇ ਆਉਣਗੇ,